के मूरत है जग आयो। लोक सुनियो परलोक सुनियो, बिद लोक सुनियो सब दर्शन पायो। संगत पार उतारन को, गुरु नानक साहिब पंथ चलायो। वाहिगुरु श्री गुरु नानक साहिब हार के मूरत है जग आयो। आद परम गुरुदेव को बंदन, वाहिगुरु मुख माही उचारी। दोए कर जोर करुण चरणा पर, जाऊं सदा गुर को बलिहारी। आन सुने उपमा गुर की, गुर मूरत ध्यान हृदय में धारी। वाहिगुरु श्री गुरु नानक साहिब सेवक सरन गही दरबारी। वाहिगुरु श्री गुरु नानक साहिब सेवक सरन गही दरबारी। सतनाम श्री वाहिगुरु साहिब जीओ। सोरठ महला पंजवा घर दूजा अष्टपदिया। एक ओंकार सतगुर प्रसाद। पाठ पढ़ियो अर वेद विचारियो, निर्बल भुअंगम साधे। पंच जना स्यों संग न छुटकियो, आदिक आहम बुद्ध बाधे। पाठ पढ़ियो अर वेद विचारियो, निर्बल भुअंगम साधे। पंच जना स्यों संग न छुटकियो, आदिक आहम बुद्ध बाधे। प्यारे इन बिद मिलन न जाई, मैं किए कर्म अनेका। हार परियो स्वामी का द्वार, दीजा बुद्ध विवेका रहाओ। मोन भयो करपाती रहियो, नग्न फिरियो बान माही। ताट तीर्थ सब धरती भ्रमियो, दुबदा छुटका नाही। मन कामना तीर्थ जाय बसियो, सिर करवत तराए। मन की मैल न उतरा एह विद, जे लख जतन कराए। कानक कामनी हैवर गैवर, बहु विद दान उदातारा। अन्न वस्त्र भूम बहु अर्पे, नह मिलिया हर द्वारा। पूजा अर्चा बंदन डांडौत, खाट कर्मा रातो रहता। हाँ हाँ करत बंधन मह परया, नह मिलिया एह जुगता। जोग सिद्ध आसन 84, एक ही कर कर रहया। वड्डी आरजा फिर जन्मै, हर स्यों संग ना गहया। राज लीला राजन की रचना, करया हुक्म अफारा। सेज सोहनी चंदन चोआ, नरक घोर का द्वारा। हर कीरत साध संगत है, सिर कर मन का कर्मा। कहो नानक तिस भयो प्रापत, जैस पुरब लेखे का लहना। तेरो सेवक एह रंग माता, भयो कृपाल दीन दुख पंजन। हार हार कीर्तन एहो मन राता, तेरो सेवक एह रंग माता। भयो कृपाल दीन दुख पंजन, हार हार कीर्तन एहो मन राता। रहाओ दूजा वाहिगुरु जी का खालसा, वाहिगुरु जी की फतेह। भगत वत्सल करुणा निधान, दीना बंधु पतत पावन। जगत गुरु निरंजनी जोत, धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब जी महाराज जी की महान कृपालता बख्शिश का सदका बेस्टर समूह साध संगत, दूसरे टाउना चों भी होने वाली सारी संगत, आप सारे बड़े प्यार नाल
ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਨੂੰ ਮੁੱਖ ਰੱਖ ਕੇ ਆਪਣੇ ਧਰਮ ਦੀ ਕਿਰਤ ਸਫਲ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਰੂਪੀ ਭੇਟਾ ਅਰਪਣ ਤੋਂ ਬਾਅਦ ਨਮਸਕਾਰ ਕਰਕੇ ਸਾਰੇ ਮਾਈ ਭਾਈ ਆਪੋ ਆਪਣੇ ਸਥਾਨਾਂ 'ਤੇ ਸੱਜ ਕੇ ਬੜੇ ਪਿਆਰ ਦੇ ਨਾਲ ਗਿਆਨੀ ਤਰਸੇਮ ਸਿੰਘ ਜੀ ਤੋਂ ਸੇਵਾ ਅਤੇ ਸਿੱਖੀ ਔਰ ਗੁਰਸਿੱਖ ਬਾਬਾ ਮੰਝ ਸਾਹਿਬ ਜਿਨ੍ਹਾਂ ਨੇ 84 ਪਿੰਡਾਂ ਦੀ ਚੌਧਰ ਦਾ ਮਾਣ ਤਿਆਗ ਕੇ ਨਿਮਾਣਾ ਨਤਾਣਾ ਹੋ ਕੇ ਨਿਸ਼ਕਾਮ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਅਤੇ ਬਖਸ਼ਿਸ਼ ਪ੍ਰਾਪਤ ਕੀਤੀ। ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੁਰਥਾ ਜਗ ਲੰਘਣ ਹਾਰਾ। ਹੁਣ ਕੁਝ ਸਮੇਂ ਵਾਸਤੇ ਬਾਣੀ ਦੁਆਰਾ ਅਸੀਂ ਵਿਚਾਰ ਪ੍ਰਾਪਤ ਕਰਨੀ ਹੈ। ਇਸ ਸ਼ਬਦ ਦੇ ਵਿੱਚ ਸਾਰੇ ਸ਼ੰਕੇ ਮਹਾਰਾਜ ਨੇ ਨਿਵਰਤ ਕੀਤੇ ਹੈ। ਉਹ ਸਾਰੀਆਂ ਸੰਗਤਾਂ ਮਨ ਵਿੱਚ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆਂ। ਸੋਰਠ ਰਾਗ ਦੀ ਬਾਣੀ ਹੈ ਔਰ ਮਹੱਲਾ ਪੰਜਵਾ। ਪੰਜਵੇਂ ਸਤਿਗੁਰੂ ਜੀ ਘਰ ਦੂਜਾ। ਦੂਸਰੇ ਕਾਲ ਵਿੱਚ 8 ਪਦਾਂ ਦਾ ਇਹ ਸ਼ਬਦ ਹੋਏਗਾ। ਕਈ ਜਗ੍ਹਾ ਇੱਕ ਪਦਾ ਹੁੰਦਾ, 2 ਪਦੇ, 3 ਪਦੇ, 4 ਪਦੇ ਹੈ, 5 ਪਦੇ ਹੈ ਅਤੇ 8 ਪਦੇ। 8 ਬੰਦ ਹੋਣਗੇ। ਇਸ ਸ਼ਬਦ ਵਿੱਚ ਸਤਿਗੁਰੂ ਜੀ ਗੁਰਮਤਿ ਨੂੰ ਦਰਸਾਉਣਗੇ। ਬਾਕੀ ਜਿੰਨੇ ਮਤ ਮਤਾਂਤਰ ਹੈ ਉਹਨਾਂ ਬਾਰੇ ਵੀ ਦੱਸਣਗੇ ਅਤੇ ਅਖੀਰ ਪਾਠ ਦੀ ਸੰਪੂਰਨਤਾ 'ਤੇ ਸਾਰਾ ਹੀ ਰਿਜ਼ਲਟ ਜੋ ਹੈ ਨਤੀਜਾ ਉਹ ਕੱਢ ਕੇ ਦੱਸਿਆ ਜਾਏਗਾ। ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਮੂਲ ਸਿੰਚਨ ਨਿਆਇ ਰੀਤੀ ਦਾ ਮੰਗਲਾਚਰਨ ਹੈ। ਜਿਵੇਂ ਹਾਥੀ ਦੀ ਪੈੜ ਸਾਰੀਆਂ ਪੈੜਾਂ ਆ ਜਾਂਦੀਆਂ, ਇਸੇ ਤਰ੍ਹਾਂ ਇੱਕ ਅਕਾਲ ਪੁਰਖ ਦਾ ਪੂਜਨ ਕਰ ਲਈਏ ਸਾਰਿਆਂ ਦੀ ਪੂਜਾ ਵਿੱਚ ਹੀ ਆ ਜਾਂਦੀ ਹੈ। ਇਹ ਵਸਤੂ ਨਿਰਦੇਸ਼ ਮੰਗਲ ਹੈ। ਕੋਈ ਨਮਸਕਾਰ ਆਤਮਿਕ ਹੁੰਦਾ, ਕੋਈ ਆਸ਼ੀਰਵਾਦ ਆਤਮਿਕ। ਇਹਦੇ ਵਿੱਚ ਇੱਕੋ ਇੱਕ ਅਕਾਲ ਪੁਰਖ ਦਾ ਨਿਰਦੇਸ਼ ਕਥਨ ਕੀਤਾ ਗਿਆ। ਜਿੰਨੀ ਵੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਾਣੀ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਂਕਾਰ ਪ੍ਰਕਾਸ਼ ਰੂਪ ਹੈ ਔਰ ਸਤਿਚਿਤ ਆਨੰਦ ਸਰੂਪ ਹੈ। ਅਤੇ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਸ ਦੀ ਪ੍ਰਾਪਤੀ ਦਾ ਜੋ ਭੇਦ ਹੈ ਉਹ ਖੁੱਲ੍ਹਦਾ ਪ੍ਰਾਪਤ ਹੁੰਦਾ ਹੈ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਪਾਠ ਪੜ੍ਹਿਓ ਜਿਵੇਂ ਵੇਦ ਪੜ੍ਹਨੇ ਆ ਅਤੇ 9 ਪ੍ਰਕਾਰ ਦੀ ਵਿਆਕਰਨ ਹੈ। ਫਿਰ ਪਿੰਗਲ ਹੈ, ਜੋਤਿਸ਼ ਹੈ, ਨਿਰੁਕਤ ਹੈ, ਕਲਪ ਹੈ। ਇਸ ਤਰ੍ਹਾਂ ਕਾਫੀ ਹੈ ਅਤੇ ਕਾਬਲ ਦੇ ਗ੍ਰੰਥ ਹੈ। ਜਿੰਨਾ ਚਿਰ ਉਹ ਨਾ ਪੜ੍ਹੀਏ ਅਤੇ ਉਹਦੇ ਉਚਾਰਨ ਦੀ ਵਿਧੀ ਦਾ ਪਤਾ ਨਹੀਂ ਲੱਗਦਾ। ਸਵਈਏ ਦੀ ਆਪਣੀ ਚਾਲ ਹੈ, ਕਵਿਤ ਦੀ ਆਪਣੀ ਹੈ, ਚੌਪੇ ਦੀ ਆਪਣੀ ਹੈ। ਕੋਈ ਚਰਪਟ ਛੰਦ ਹੈ, ਕੋਈ ਤ੍ਰਿਭੰਗੀ ਛੰਦ ਹੈ, ਕੋਈ ਭਜਨ ਪ੍ਰਜਾਤ ਛੰਦ ਹੈ, ਕੋਈ ਏਕਸ਼ਰੀ ਛੰਦ ਹੈ, ਕੋਈ ਹਰ ਬੋਲ ਮਨਾ ਛੰਦ ਹੈ ਅਤੇ ਭਜਨ ਪ੍ਰਜਾਤ ਛੰਦ ਬੇਅੰਤ ਹੈਗੇ ਆ। ਉਹਨਾਂ ਦੀ ਆਪੋ ਆਪਣੀ ਚਾਲ ਹੈ ਅਤੇ ਜਿੰਨਾ ਚਿਰ ਸਾਨੂੰ ਉਹਦਾ ਗਿਆਨ ਨਹੀਂ ਕਿ ਅਸੀਂ ਉਹਨੂੰ ਪੂਰੀ ਲੈਅ ਵਿੱਚ ਪੜ੍ਹ ਨਹੀਂ ਸਕਦੇ। ਇਸ ਤਰ੍ਹਾਂ ਸਤਿਗੁਰੂ ਜੀ ਦੱਸਦੇ ਹੈ ਕਿ ਵੇਦਾਂ ਦਾ ਜਿਹੜਾ ਪਾਠ ਹੈ, ਪਹਿਲਾਂ ਦਾ ਪਾਠ ਸ਼ੁੱਧ ਕਰਨਾ, ਫਿਰ ਉਹਦੇ ਵਿਸਰਾਮ, ਯਮਕੀਆਂ ਠਮਕੀਆਂ, ਉਹਨਾਂ ਦੇ ਉਚਾਰਨ ਦਾ ਢੰਗ, ਜਿਹਦਾ ਕੋਈ ਤਾਲੂ ਵਿੱਚ ਬੋਲਦਾ,
कोई नासका च बोलदा, हर एक दी बोली जुदी जुदी हुंदी है अक्षर दी, ਉਹਦੀ ਵਿਚਾਰ ਪ੍ਰਾਪਤ ਕਰਨੀ। ਸ਼ੁੱਧ ਪਾਠ ਜਿਹੜਾ ਬਾਣੀ ਵਿੱਚ ਵੀ ਹੈ, ਪਾਤਸ਼ਾਹ ਦੱਸਦੇ ਪਾਠ ਪੜ੍ਹਿਓ, ਵੇਦਾਂ ਦਾ ਪਾਠ ਜੋ ਸੰਥਾ ਪੂਰਵਕ ਸ਼ੁੱਧ ਪੜ੍ਹ ਲਿਆ ਜਾਵੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਫਿਰ ਵੇਦਾਂ ਦੇ ਅਰਥਾਂ ਦਾ ਜਿਹੜਾ ਵਿਚਾਰ ਹੈ ਉਹ ਵੀ ਪ੍ਰਾਪਤ ਕਰ ਲੈਣਾ ਕਰੇ, ਕਿਉਂਕਿ ਇਹਨਾਂ ਦੇ ਬੇਅੰਤ ਟੀਕੇ ਹੋਏ ਹੈ। ਸੁਣਨ ਵਿੱਚ ਆਇਆ ਕਿ ਪਹਿਲਾਂ ਰਾਵਣ ਨੇ ਵੀ ਟੀਕਾ ਕੀਤਾ, ਹੋਰ ਮਹਾਂਪੁਰਖਾਂ ਲੋਕ ਬਹੁਤ ਹੈ, ਸਵਾਮੀ ਰਾਮ ਸ਼ਰਮਾ ਆਚਾਰਜ ਨੇ ਕੀਤਾ, ਔਰ ਪੰਡਤ ਗੰਗੇਸ਼ਰਾਨੰਦ ਜੀ ਉਦਾਸੀ ਮਹਾਤਮਾ ਹੋਏ ਹੈ। ਉਹ ਸ਼੍ਰੀਮਾਨ ਪਰਿਵਰਾਜ ਕਾ ਆਚਾਰਜ ਪੰਡਤ ਭਾਨ ਸਿੰਘ ਜੀ ਮਹਾਰਾਜ ਕੋਕਰੀ ਵਾਲਿਆਂ ਤੋਂ ਬੜੇ ਅੱਖਾਂ ਤੋਂ ਮਨਾਖੇ ਸੀ, ਉਹਨੇ ਵੀ ਟੀਕਾ ਕੀਤਾ, ਹੋਰ ਵੀ ਬਹੁਤ ਸਾਰਿਆਂ ਨੇ ਕੀਤੇ ਹੈ। ਪਾਠ ਵੀ ਸ਼ੁੱਧ ਪੜ੍ਹਨਾ ਸਿੱਖ ਲਿਆ ਜਾਏ ਅਤੇ ਉਹਦੇ ਅਰਥਾਂ ਦਾ ਜੋ ਵਿਚਾਰ ਹੈ ਉਹ ਵੀ ਕਰਨਾ ਸਿੱਖਿਆ ਜਾਏ। ਉਹਦੀ ਕਥਾ, ਉਹਦੀ ਵਿਆਖਿਆ ਜਿਹੜੀ ਹੈ, ਇੱਕ ਤਾਂ ਭਾਸ਼ ਹੁੰਦਾ, ਇੱਕ ਟੀਕਾ ਹੁੰਦਾ। ਭਾਸ਼ ਹੁੰਦਾ ਮੂਲ ਸੰਸਕ੍ਰਿਤ ਦਾ ਸੰਸਕ੍ਰਿਤ ਵਿੱਚ ਅਨੁਵਾਦ ਕਰਨਾ, ਸੰਖੇਪ ਉਹਨੂੰ ਭਾਸ਼ ਕਹਿੰਦੇ। ਟੀਕਾ ਹੁੰਦਾ ਆਪਣੇ ਬੋਲੀ ਵਿੱਚ, ਪੰਜਾਬੀ ਲੈ ਲਓ, ਹਿੰਦੀ ਲੈ ਲਓ ਜਾਂ ਹੋਰ ਜਿਹੜੀ ਵੀ ਲੋਕ ਬੋਲੀ ਹੈ ਉਹ ਟੀਕਾ ਹੁੰਦਾ। ਸੋ ਇਸ ਵਾਸਤੇ ਭਾਸ਼ ਵੀ ਸਿੱਖ ਲਿਆ, ਜਿਵੇਂ ਜਿਵੇਂ ਸਵਾਮੀ ਸ਼ੰਕਰਾਨੰਦ ਜੀ ਨੇ ਬ੍ਰਹਮ ਸੂਤਰ ਭਾਸ਼ ਲਿਖਿਆ, ਉਪਨਿਸ਼ਦਾਂ 'ਤੇ ਵੀ ਲਿਖਿਆ, ਅਤੇ ਇਸ ਤਰ੍ਹਾਂ ਹੋਰ ਵੀ ਭਾਸ਼ ਲਿਖੇ ਹੈ। ਗਾਂ ਆਨੰਦਗਿਰੀ ਜੀ ਨੇ ਉਹ ਗਾਂ ਟੀਕੇ ਕੀਤੇ ਹੈ। ਇਸ ਵਾਸਤੇ ਵੇਦਾਂ ਦਾ ਪਾਠ ਵੀ ਪੜ੍ਹ ਲਿਆ ਜਾਏ ਅਤੇ ਉਹਨਾਂ ਦਾ ਅਰਥ ਵਿਚਾਰ ਜਿਹੜਾ ਉਹ ਵੀ ਸਿੱਖ ਲਿਆ ਜਾਏ। ਨਿਵਲ ਭਯੰਗਮ ਸਾਧੇ, ਨਿਉਲੀ, ਧੋਤੀ ਅਤੇ ਬਸਤੀ, ਇਹ ਯੋਗ ਦੀਆਂ 8 ਯੋਗ ਦੀਆਂ ਪ੍ਰਕਿਰਿਆ ਹੈਗੀਆਂ। ਅਤੇ ਜਿਸ ਤਰ੍ਹਾਂ ਧੋਤੀ ਹੈ, ਬਸਤੀ ਹੈ, ਨਿਉਲੀ ਹੈ, ਇਹਨਾਂ ਦੇ ਜੁਦੇ ਜੁਦੇ ਪ੍ਰਕਾਰ ਹੈਗੇ ਆ ਅਤੇ ਬੜਾ ਇਹ ਔਖਾ ਅਤੇ ਜਟਲ ਵਿਸ਼ਾ, ਜਿੰਨਾ ਚਿਰ ਉਹ 8 ਯੋਗ ਦਾ ਪੂਰਾ ਮਾਹਰ ਕੋਈ ਉਸਤਾਦ ਨਾ ਹੋਵੇ, ਉਹਦੇ ਬਿਨਾਂ ਉਹ ਇਹ ਯੋਗ ਜਿਹੜਾ ਸਿੱਧ ਨਹੀਂ ਹੁੰਦਾ। ਅਤੇ ਜੇ ਦੇਖੋ ਦਿਖਾਈ ਸੁਣ ਕੇ ਕਿਤਾਬਾਂ ਜਾਂ ਟੈਲੀਵਿਜ਼ਨ ਦੇਖ ਲਿਆ, ਦੇਖਾ ਦੇਖੀ ਸਾਧੇ ਯੋਗ ਛੀਜਿਆ ਕਾਇਮ ਵਾਢੇ ਹੋ, ਦੇਖਾ ਦੇਖੀ ਯੋਗ ਦੀ ਸਾਧਨਾ ਕਰੇ, ਸਰੀਰ ਕ੍ਰਿਸ਼ ਹੋਏਗਾ, ਕੋਈ ਨਾ ਕੋਈ ਰੋਗ ਵੀ ਲੱਗ ਜਾਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਹੈ ਕਿ ਨਿਉਲੀ, ਧੋਤੀ ਜਿਹੜੀ ਹੈ ਅਤੇ ਬਸਤੀ, ਇਹ ਹੁੰਦਾ ਕਿ 21 ਗਜ ਲੰਬੀ, 2 ਉਂਗਲਾਂ ਚੌੜੀ, ਬਰੀਕ ਜਿਹੜੀ ਮਲਮਲ ਹੈ, ਉਹਦੀ ਜਿਹੜੀ ਲੀਰ ਹੈ ਉਹ ਪਾਣੀ ਬੋਇਲ ਕਰਕੇ ਥੋੜ੍ਹਾ ਜਿਹਾ ਉਸ ਨਿੰਮਕ ਪਾਇਆ ਜਾਏਗਾ, ਫਟਕੜੀ, ਅਤੇ ਉਹ ਉਹਦੇ 'ਚ ਭਿਓ ਕੇ ਪਹਿਲਾਂ ਬਹੁਤ ਦਿਨ ਭੁੱਖੇ ਰਹਿਣਾ ਪੈਂਦਾ, ਅੰਨ ਨਹੀਂ ਬਿਲਕੁਲ ਖਾਣਾ, ਅਤੇ ਦੁੱਧ ਆਦਿ ਥੋੜ੍ਹਾ ਵਰਤ ਸਕਦੇ ਹਾਂ। ਫਿਰ ਉਹ ਸਾਹ ਵਾਲੀ ਨਾਲੀ ਦੀ ਜਾਂ ਮਿਹਦੇ ਦੀ ਅੰਦਰਾਂ ਦੀ ਸਫਾਈ ਵਾਸਤੇ ਉਹ ਲੀਰ ਨੂੰ ਨਿਗਲ ਲੈਂਦੇ ਆ, ਅਤੇ ਜੱਫਾ ਬਾਹਰ ਦੰਦਾਂ ਨਾਲ ਕੱਢ ਛੱਡਣੀ। ਫਿਰ ਉਹ ਪੇਟ ਨੂੰ ਮਧਾਣੀ ਨੂੰ ਘੁਮਾਉਣਾ, ਉਹ ਜਿੰਨੀ ਬਲਗਮ ਆ ਉਹਦੇ ਨਾਲ ਉਹ ਚਿੰਬੜ ਜਾਂਦੀ ਹੈ। ਫਿਰ ਉਹਨੂੰ ਹੌਲੀ ਹੌਲੀ ਲੀਰ ਨੂੰ ਬਾਹਰ ਕੱਢ ਦਿੰਦੇ ਆ। ਇੱਕ ਤਾਂ ਇਹ ਕਿਰਿਆ ਹੈਗੀ ਹੈ, ਇੱਕ ਫਿਰ ਹੈਗੀ ਆ ਰੇਸ਼ਮ ਦੀ ਕੋਈ ਡੋਰ, ਜੋ ਉਹਦਾ ਸਿਰਾ ਮੁੜ ਮੋਮਣਾ ਜਾਂ ਕਿਸੇ ਚੀਜ਼ ਨਾਲ ਉਹ ਕੱਪ ਕਰ ਲੈਣਾ, ਪੂਰਾ ਤਿੱਖਾ, ਉਹ ਖੱਬੀ ਨਾਸ ਪਾ ਕੇ ਸੰਗ ਰਾਹੀਂ ਮੂੰਹ ਦੀ ਕੱਢ ਲੈਣੀ। ਉਹ ਡੋਰ ਤੇ ਇਸ ਤਰ੍ਹਾਂ ਫੇਰ ਕੇ ਨਾਸਕਾ ਦੀ ਸਫਾਈ ਕਰਨੀ। ਇਸ ਤਰ੍ਹਾਂ ਸੱਜੀ ਜੋ ਸੋਰਿਆ ਇਹਨੂੰ ਖੱਬੀ ਨੂੰ ਜਿਹੜਾ ਕਹਿੰਦੇ, ਇਹਨੂੰ ਪਿੰਗਲਾ ਕਹਿੰਦੇ ਆ, ਜਿੱਥੇ ਦੋ ਇਕੱਠੀਆਂ ਹੁੰਦੀਆਂ ਉਹ ਸੁਖਮਨਾ ਨਾੜੀ ਹੁੰਦੀ ਹੈ, ਇਹਨੂੰ ਭੁਜੰਗਮਾ ਨਾੜੀ ਜਾਂ ਕੁੰਡਲਨੀ ਵਗੈਰਾ ਵੀ ਕਹਿ ਦਿੰਦੇ ਆ। ਉਹ ਇਸ ਪ੍ਰਕਾਰ ਕਿ ਉਹ ਨਾਸਕਾ ਦੀ ਸਫਾਈ ਕਰਦੇ ਆ। ਇਸੇ ਤਰ੍ਹਾਂ ਫਿਰ ਕੋਈ ਨਲਕੀ ਹੈ, ਉਹ ਗੁਦਾ ਸਥਾਨ ਵਿੱਚ ਲੈ ਕੇ ਉਹ ਪਾਣੀ ਪੇਟ ਭਰ ਕੇ
ਸਾਰੇ ਪੇਟ ਨੂੰ ਮਧਾਣੀ ਨੂੰ ਹਿਲਾ ਕੇ ਪੇਟ ਦੀ ਜਿਹੜੀ ਮੈਲ ਹੈ ਕਰਨੀ, ਦੂਰ ਕਰਨੀ, ਜਾਂ ਕੋਈ ਜਲਾਵਾਦ ਕਈ ਲੈ ਲੈਂਦੇ ਆ। ਇਸ ਤਰ੍ਹਾਂ ਦੀ ਇਹ ਕਿਰਿਆ ਕਰਦੇ ਆ। ਫਿਰ ਸਫਾਈ ਕਰਨ ਤੋਂ ਬਾਅਦ ਯੋਗ ਦੇ ਅੰਗ ਹੁੰਦੇ ਆ, ਜਾਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਫਿਰ ਸਾਵਕਲਪ ਸਮਾਧੀ, ਫਿਰ ਨਿਰਵਿਕਲਪ ਹੈ। ਫਿਰ ਜਮ ਵੀ 5 ਪ੍ਰਕਾਰ ਦਾ, ਨਿਯਮ ਵੀ। ਇਹ ਬਹੁਤ ਵੱਡੀ ਲੰਬੀ ਵਿਆਖਿਆ। ਅੱਜ ਕੱਲ੍ਹ ਕਈ ਯੋਗਾ ਦੇ ਕੈਂਪ ਲਾਉਂਦੇ ਆ ਜਾਂ ਕੋਈ ਕਰਦੇ ਆ, ਇਹ ਥੋੜ੍ਹੀਆਂ ਜਿਹੀਆਂ ਐਕਸਰਸਾਈਜ਼ਾਂ ਨੂੰ ਯੋਗ ਮੰਨ ਕੇ ਬਹਿ ਗਿਆ। ਯੋਗਾ ਦਾ ਮਾਰਗ ਕਠਿਨ ਹੈ ਭਾਈ। ਜਿਨ੍ਹਾਂ ਸੰਤਾਂ ਦੇ ਅਸੀਂ ਸ਼ਾਗਿਰਦ ਹਾਂ, ਉਨੀ ਬਾਬਾ ਮੇਹਰ ਸਿੰਘ ਜੀ ਮੇਜਰਾਂ ਦੀ ਪਡੋਰੀ ਵਾਲਿਆਂ ਤੋਂ ਹਠ ਯੋਗ ਵੀ ਸਿੱਖਿਆ ਸੀ ਸੰਤ ਹਰਪਲੀਆਂ ਨੇ। ਜਦੋਂ ਗੋਤੀ ਮਰਦਾਨ ਆਏ, ਕੱਲ੍ਹ ਬਾਬਾ ਆਇਆ ਸਿੰਘ ਜੀ ਗੋਤੀ ਮਰਦਾਨ ਵਾਲਿਆਂ ਦੀ ਬਰਸੀ ਮਨਾਈ ਹੈ, ਸੰਤ ਸਮਾਗਮ ਵੀ ਹੋਇਆ। ਅਤੇ ਸਿੱਖ ਚੈਨਲ ਵਾਲਿਆਂ ਨੇ ਤੁਹਾਡੇ ਸਾਰਿਆਂ ਤੱਕ ਲਾਈਵ ਦੁਆਰਾ ਉਹ ਪ੍ਰੋਗਰਾਮ ਪਹੁੰਚਾਇਆ। ਜਦੋਂ ਮਹਾਂਪੁਰਖਾਂ ਕੋ ਆਏ, ਪੁੱਛਿਆ ਵੀ ਤੁਹਾਡਾ ਇਹ ਸਰੀਰ ਬੜਾ ਕ੍ਰਿਸ਼ ਹੋਇਆ। ਕਹਿਣ ਲੱਗੇ ਜੀ ਮੈਂ ਯੋਗ ਕਰਨ ਲੱਗ ਪਿਆ ਸੀ। ਸੰਤ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਤਾਂ ਸਹਿਜ ਯੋਗ ਪ੍ਰਵਾਨ ਹੈ, ਹਠ ਯੋਗ ਪ੍ਰਵਾਨ ਨੇ। ਹਠ ਕਰ ਮਰੇ ਨਾ ਦੇਖਿਆ ਪਾਏ, ਜੋਗ ਨਾ ਖਿੰਥਾ ਜੋਗ ਨਾ ਡੰਡਾ, ਜੋਗ ਨਾ ਪਸਮ ਚੜਾਇਆ, ਜੋਗ ਨਾ ਮੁੰਡੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਬਾਈ, ਅੰਜਨ ਮਾਹੀ ਨਰੰਜਨ ਰਹੀ ਹੈ, ਜੋਗ ਜੁਗਤ ਏਵ ਪਾਈ ਹੈ। ਇਹ ਕਿਰਿਆ ਦੱਸੀ ਹੈ, ਅਰਥ ਸਿਖਾਏ ਨਹੀਂ ਹੈ। ਸੋ ਇਸ ਵਾਸਤੇ ਜੇ ਵਿਆਖਿਆ ਨੂੰ ਵਧਾਵਾਂਗੇ ਤਾਂ ਬਹੁਤ ਲੰਬਾ ਚਲੇ ਜਾਏਗਾ, ਕਿਉਂ ਸ਼ਬਦ ਵੀ ਲੰਬਾ ਹੈ। ਇਸ ਕਰਕੇ ਜਿਹੜੇ ਫਿਰ ਉਹ ਜ਼ੁਬਾਨ ਦਾ ਜਿਹੜਾ ਤੰਦ ਹੁੰਦਾ ਇਹਨੂੰ ਕੱਟ ਲੈਂਦੇ ਆ। ਫਿਰ ਸਮੁੰਦਰ ਝੱਗ ਵਗੈਰਾ ਲਾਉਂਦੇ ਆ, ਉਹ ਜ਼ੁਬਾਨ ਫਿਰ ਵਧਾ ਲੈਂਦੇ ਆ, ਉਹਨੂੰ ਫਿਰ ਮੱਥੇ ਤੱਕ ਲਿਆਉਂਦੇ ਆ। ਫਿਰ ਉਹ ਪੁੱਠੀ ਕਰਕੇ ਤਾਲੂ ਨਾਲ ਲਾ ਲੈਂਦੇ ਆ। ਜਦੋਂ ਅਭਿਆਸ 'ਚ ਬਹਿੰਦੇ ਆ ਅਤੇ ਦਿਮਾਗ ਤੋਂ ਮਿੱਠੀ ਜਿਹੜੀ ਕਾਫਿਆ ਉਹ ਡਿੱਗਦੀ ਹੈ। ਯੋਗੀ ਉਹਨੂੰ ਸਮਝਦੇ ਆ ਕਿ ਇਹ ਅੰਮ੍ਰਿਤ ਹੈ, ਉਹਦੇ 'ਚ ਆਪਣੀ ਆਪ ਉਹ ਜਿਹੜੀ ਸੰਤੁਸ਼ਟੀ ਹੈ ਉਹ ਮੰਨਦੇ ਆ। ਅਤੇ ਇਸੇ ਤਰ੍ਹਾਂ ਭਦਰਾ ਮੁਦਰਾ ਅਤੇ ਤਰਾਟਕ ਕਰਮ ਆ, ਸੂਰਜ ਵੱਲ ਅੱਖਾਂ ਕਰਕੇ ਬੈਠਣਾ ਜਾਂ ਮੂਹਰੇ ਕੋਈ ਪੁਆਇੰਟ ਲਾ ਕੇ, ਇਸ ਤਰ੍ਹਾਂ ਦੀ ਇਹ ਤਰਾਟਕ ਕਿਰਿਆ ਵੀ ਹੈ। ਬਹੁਤ ਕੁਝ ਹੈ। ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰਮਤਿ ਸਿਧਾਂਤ ਇਹਨਾਂ ਸਾਰੇ ਪੱਖਾਂ ਨੂੰ ਵਰਣਨ ਕਰਕੇ ਕਿਰਪਾ ਕਰਨਗੇ, ਕਿਉਂਕਿ ਮਹਾਰਾਜ ਕੋਲ ਜੁਦੇ ਜੁਦੇ ਜਿਗਿਆਸੂ ਹੁੰਦੇ ਸੀ, ਜੁਦੇ ਜੁਦੇ ਉਹਨਾਂ ਦੇ ਪ੍ਰਸ਼ਨ ਹੁੰਦੇ ਸੀ। ਉਹਨਾਂ ਦੇ ਨਿਰਣਿਆਂ ਵਾਸਤੇ ਬਾਣੀ ਆਚਾਰੀ ਹੈ, ਕਿਉਂਕਿ ਕਿਸੇ ਨੇ ਪ੍ਰਸ਼ਨ ਕੀਤਾ, ਮਹਾਰਾਜ ਨੇ ਉੱਤਰ 'ਚ ਬਾਣੀ ਦਿੱਤੀ। ਇਹੀ ਹੈ। ਸੋ ਇਸ ਵਾਸਤੇ ਅੱਜ ਵੀ ਐਸੇ ਸ਼ੰਕੇ ਹੈ। ਉਸ ਵੇਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ ਸੀ, ਮਹਾਰਾਜ ਕਿਰਪਾ ਕਰਕੇ ਉਹਨਾਂ ਦੀ ਨਿਵਰਤੀ ਕਰਿਆ ਕਰਦੇ ਸੀ। ਕਹਿੰਦੇ ਜਿਹੜੀ ਨਿਉਲੀ ਧੋਤੀ ਹੈ ਅਤੇ ਬਜਰੌਲੀ ਕਿਰਿਆ ਹੈ, ਤਰਾਟਕ ਕਿਰਿਆ ਹੈ, ਅਸਰਾ ਅਤੇ ਹੋਰ ਬਹੁਤ ਤਰ੍ਹਾਂ ਦੀ ਕਿਰਿਆ, ਇਹ ਸਾਰੀ ਕਰ ਲਈ ਜਾਵੇ। ਅਤੇ ਜਿਹੜੀ ਭੁਜੰਗਮਾ ਨਾੜੀ ਹੈ, ਇਹ ਸਰੀਰ ਵਿੱਚ ਤੇ 6 ਚੱਕਰ ਆ, ਅਤੇ ਪ੍ਰਾਣ ਅਤੇ ਅਪਾਨ ਬਾਜੂ ਹੈ। ਅਤੇ ਇਸੇ ਤਰ੍ਹਾਂ ਜਲੰਧਰ ਬੰਦ ਹੈ, ਉਡਿਆਨ ਬੰਦ ਹੈ। ਇਹ ਬੰਦ ਲਾਉਣੇ, ਬੰਦ ਲਾ ਕੇ ਫਿਰ ਇਹ ਜਿਹੜੀ ਪ੍ਰਾਣ ਬਾਜੂ ਆ ਇਹਨੂੰ 10 ਦੁਆਰ ਵੱਲ ਚੜਾਉਣਾ। ਜਿਸ ਤਰ੍ਹਾਂ ਕੋਈ ਟਿਊਬ ਹੁੰਦੀ, ਹਵਾ ਭਰੀ ਜਦੋਂ ਖੁੱਲ੍ਹ ਕੇ ਸਿੱਧੀ ਹੋ ਜਾਂਦੀ ਨਾ, ਇਸ ਤਰ੍ਹਾਂ ਉਹ ਜਿਹੜੀ ਭੁਜੰਗਮਾ ਨਾੜੀ ਅਤੇ ਕੁਟੀ ਸਥਾਨ ਭਰਵੱਟਿਆਂ ਦੇ ਮੱਧ 'ਚ ਹੈ, ਉਹ ਨਾੜੀ ਜਿਵੇਂ ਸਪਣੀਆਂ ਕੁੰਡਲ ਮਾਰ ਕੇ ਬਹਿੰਦੀ ਹੈ, 10 ਦੁਆਰ ਦੇ ਮੂਹਰੇ ਇਉਂ ਬੈਠੀ ਹੈ। ਉਹ ਜਿਹੜੇ ਫਿਰ ਪ੍ਰਾਣ ਅਪਾਨ ਬਾਜੂ ਦੇ ਭੇਦ ਨੂੰ ਸਮਝ ਕੇ ਹਵਾ ਉੱਤੇ ਚੜਾਉਂਦੇ ਆ ਪ੍ਰਾਣ ਬਾਜੂ, ਉਹ ਨਾੜੀ ਖੁੱਲ੍ਹ ਜਾਂਦੀ ਹੈ। ਫਿਰ ਉਹ 10 ਦੁਆਰ ਜਾਣ ਦੀ ਜਿਹੜੀ ਕਿਰਿਆ ਉਹ ਕਰਦੇ ਆ। ਇਸ ਤਰ੍ਹਾਂ ਇਹ 6 ਚੱਕਰਾਂ ਦਾ ਭੇਦਨ ਕਰਕੇ ਜਿਹੜਾ ਸਾਂਸਰ ਦਾ ਕਵਲ ਹੈ, 10 ਦੁਆਰ ਉੱਥੇ ਜਾਂਦੇ ਆ। ਫਿਰ ਉਹ ਜੋਗੀ ਇਸ ਤਰ੍ਹਾਂ ਦੀ ਕਿਰਿਆ ਕਰਦੇ। ਪਰ ਮਹਾਰਾਜ ਕਹਿੰਦੇ ਮਨ ਨਿਰਮਲ ਨਹੀਂ 10ਵੇਂ ਦੁਆਰ। ਜਿਵੇਂ
एक तो भोगानंद है, जो विषयानंद कह लो, विषयानंद संसार है, भजनानंद अरदास, ब्रह्मानंद जीवन मुक्त भई बाशना नाश। जिन्हें पशु पंछी कीड़े मकोड़े आम जनरल जड़े मनुष्य है, देवतियां तक लै लो, बस ये विषे भोगां दे आनंद तक ही सीमित है। ते जिहड़ा भजन दा आनंद है ये हरि दे दास लैंदे है, जिहड़े महाराज दे दास बनदे। ते ब्रह्मानंद जिहड़ा जीवन मुक्त पुरुष लैंदा, जिहड़ा जींदा मुक्त है। भाई साहब भाई मनी सिंह वर्गियां जिहड़ियां शख्सियतां होईयां या महान गुरसिख है, सो इस वास्ते जीवन मुक्त भई बाशना नाल कौन लैंदे है? जिन्हां दी सुत वित लोक ईशना सेनी, सुत दी पुत्र दी धन दी होर भी जिन्नियां बाशना खत्म हो जानियां, वासन वेठन वासन होई है, वो फिर जीवन मुक्ति के आनंद नूं पाई लैंदे आ। मरण तो बाद बदे मुक्ति ये उन्हां दी ज्ञानवानां दी प्रक्रिया है। सो इस वास्ते हजूर कथन करते हैं, वो जी भुजंगमान वाली कुंडलनी है, जोगियां का ख्याल है भी जो कुंडलनी सिद्ध हो जाती है तो रिद्धियां सिद्धियां पैदा हो जानियां। रिद्धि सिद्धि पैदा होने के नाल फिर वो लोगों को करामात दिखा के अपनी पूजा प्रतिष्ठा कराउंदे है, जां अपना भै दिखा के उन्होंने मन माने ढंग नाल तोरना चाहुंदे है। पर सच्चे पातशाह ने कहा, रिद्ध सिद्ध अवरा साथ नवनिधि 18 सिद्धि पिछे लगिया फिर है, जो हर हृदय भला वसाए। इस वास्ते कहते कोई ऐसा हठ योगी बन के भजंगमान वाली जी कुंडलनी है, कुंडलनी योग नूं भी सिद्ध कर लेना करे, 10वें द्वार की प्रक्रिया भी सिद्ध कर लै। क्योंकि 10वें द्वार प्राण कई बाजीगर भी चढ़ा लेंगे, एक प्रैक्टिस है। जिमें हुण दूसरा है योगानंद, ये जिहड़ा भोगानंद है वो प्याली दे पानी नूं पुछ है, डुल जाण दा, सुक जाण दा डर, उड़ जाण दा, जम जाण दा, मिट्टी च मिल जाण दा डर है, पुछ है। योगानंद, योगानंद रातू नदी है, जिहदा पहाड़ां मींह पै गया तो बस जाती है, पक्कियां उड़ाउंदी, मींह हट गया सुक्की पई है। ते जिहदा प्राण 10वें द्वार चढ़ा लिया आनंद आ, जिले ला लै कि मन जिहड़ा पहलां कोई शरारत करदा उहो जिहा पिया, जिमें किसी डाकू नूं कैद विच बंद कर दो, उन्ना चिर तो भी साध नज़र आऊगा, किते बाहर कढ़िया कोई शरारत करेगा कि नहीं। तो जिन्ना चिर 10वें द्वार प्राण लोग छड्डे उन्ना चिर तो ठीक है, जिहड़े ला लै जो मन विच पहलियां बुराइयां उही पे है। इस करके योगानंद जिहड़ा बरसातू नदी दी नहीं, जिहड़ा ब्रह्मानंद आ कि सारे संसार नूं अपनी आत्मा चेतना जान के पूजा करनी है। सब घट राम बोलिया, रामा बोलिया, राम बिना वो बोलिया रे, इहदे च आनंद है। कि उत्थे कोई दवैश रहिंदी नहीं, जब सारिਆਂ 'ਚ अपनी ही आत्मा, फिर दवैश किहनां करनी। इस वास्ते महाराज सच्चे पातशाह दसदे है कि हठ योग करके कोई भुजंगमा नाड़ी जिहड़ी है इनू भी सिद्ध कर लेना करे। पंच जना स्यों संग ना छुटकियो, आदक आहं बुद्ध बाधे। हाँ जी, कहते जेडे 5 काम क्रोध आ, कहते जी योगा अभ्यास करने ना तो छुटकारा हो जाता। कहते बड़े चटाल है, ये नहीं जोगे जागे की परवाह करते। 5 जना सो संग ना छुट गए ना, 5 तो फिर भी छुटकारा नहीं होता, जेडे काम क्रोध लोभ अहंकार है। फिर महाराज योगे की प्राप्ति की है, कहते एक तो उम्र लंबी हो जाती है, एक अहंकार वध जाता, मैं बहुत बड़ा जोगी हाँ। गज के बोलो। जड़ा मछंद्रनाथ सी ना, एक आया प्रवेश सिद्धि करके संगलादीप की करता सी, ते जोगियां दे बैन लाता कोई आवे ना। ते बाल गंधाई नूं जिहड़े गोरखनाथ मिलिया, वो कहे मेरा चेला बन जा। बाल गंधाई नूं श्री गुरु नानक देव जी की संगत हो गई सी। वो कहता मैं तो जिथे चेला बनना सी बन गया, तेरा गुरु की कर रहा संगलादीप। गोरख उत्थे आया, इन्हें फिर जोड़ी बजाउणी सीखी। वो जिहड़े रास धारीए सी ना, उन्हां नाल गया, उत्थे जाके फिर जोड़ी बजाई, गात कढ़ी, चलो मछंदो गोर खाया, चलो मछंदो गोर खाया। ਹੁਣ ਕਹੇ ਕੌਣ? ਇਹਦਾ ਗੋਰਖਨਾਥ ਹੈ। ਕਹਿੰਦੇ ਗੁਰੂ ਜੀ ਮੈਂ ਤੁਹਾਨੂੰ ਗੁਰੂ ਬਣਾਇਆ ਰਾਸਤਾ ਦੇਣ ਲਈ,
ਤੇ ਤੁਸੀਂ ਆਹ ਕੀ ਕੰਮ ਕਰ ਰਹੇ ਹੋ? ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨਿਮਕ ਨਿਮਕ ਕਰ ਸਰੀਰ ਘਟਾਵੈ ਤੋ ਵੀ ਹੋਮੈ ਮੈਲ ਨਾ ਜਾਏ। ਇਹ ਬਹੁਤ ਔਖੀ ਗੱਲ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਭਾਵੇਂ ਕਿੱਡਾ ਯੋਗਾ ਅਭਿਆਸ ਕਰ ਲਈਏ, ਜਿੰਨਾ ਚਿਰ ਗੁਰੂ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ, ਸ਼ਬਦ ਦਾ ਸੁਰਤ ਦਾ ਸ਼ਬਦ ਨਾਲ ਮਿਲਾਪ ਨਹੀਂ ਹੁੰਦਾ, ਪੰਜਾਂ ਵਿਕਾਰਾਂ ਦੀ ਨਿਵਰਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਪੰਜ ਜਨਾਂ ਸਿਓ ਸੰਗ ਨਾ ਛੁੱਟ, ਉਹਨਾਂ ਪੰਜਾਂ ਤੋਂ ਛੁਟਕਾਰਾ ਪ੍ਰਾਪਤ ਨਹੀਂ ਹੁੰਦਾ ਹੈ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਂਜੀ, ਅਹੰਗ ਬੁੱਧ ਵਾਧੇ, ਜਿਹੜੀ ਬੁੱਧੀ ਹੈ ਉਹਦੇ 'ਚ ਹੰਕਾਰ ਵੱਧ ਜਾਂਦਾ ਜਾਂ ਹੰਕਾਰ ਵਿੱਚ ਵੱਧ ਜਾਂਦੀ ਹੈ। ਸੋ ਅੱਗੇ ਦੱਸਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਇਹ ਜਿਹੜੇ ਉਪਰੋਕਤ ਸਾਧਨ ਦੱਸੇ ਹਨ, ਇਹਦੇ ਨਾਲ ਆਪਾਂ ਐਕਸਰਸਾਈਜ਼ਾਂ ਕਰ ਲਾਂਗੇ, ਲੋਕਾਂ 'ਚ ਰਿੱਧੀ ਸਿੱਧੀ ਪੈਦਾ ਕਰਕੇ ਆਪਣਾ ਪ੍ਰਭਾਵ ਮਾਨਤਾ ਪੂਜਾ ਪ੍ਰਤਿਸ਼ਠਾ ਕਰਾ ਲਾਂਗੇ, ਉਮਰ ਵਧਾ ਲਾਂਗੇ। ਪਾਤਸ਼ਾਹ ਕਹਿੰਦੇ ਆ ਇਹ ਜਿਹੜੇ ਵਿਕਾਰ ਹੈਗੇ ਆ ਇਹਨਾਂ ਦੇ ਕਾਬੂ ਨਹੀਂ ਆਉਂਦਾ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਇਹ ਸਾਰੀਆਂ ਵਿਧੀਆਂ ਕਰਨੇ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾਂਦਾ ਹੈ। ਹਾਰ ਪਰਿਓ ਸੁਆਮੀ ਕਾ ਦੁਆਰਾ, ਦੀਜਾ ਬੁੱਧ ਵਿਵੇਕਾ। ਫਿਰ ਸੱਚੇ ਪਾਤਸ਼ਾਹ ਜੀ ਤਾਂ ਹਾਰ ਕੇ ਤੁਹਾਡੇ ਦੁਆਰੇ ਆ ਕੇ ਝੁਕ ਗਏ। ਸਾਨੂੰ ਵਿਵੇਕਾ ਬਿਬ ਜਮਾ ਏਕ, ਜਿਹੜੀ ਜੀਵ ਬ੍ਰਹਮ ਦੀ ਏਕਤਾ ਵਾਲੀ ਗਿਆਨ ਬੁੱਧੀ ਹੈ ਉਹ ਕਿਰਪਾ ਕਰਕੇ ਦੇ ਦਿਓ। ਤੁਹਾਨੂੰ ਪਤਾ ਗੜ੍ਹ ਸ਼ੰਕਰ ਆਪਣੇ ਮਹਾਰਾਜ ਦਾ ਸਿੱਖ ਰਹਿੰਦਾ ਸੀ ਤਿਲਕੂ, ਉੱਥੇ ਮਹੇਸ਼ਾ ਜੋਗੀ ਸੀ ਬਹੁਤ ਵੱਡਾ। ਉਹਨੇ ਏਡੀਆਂ ਸਿੱਧੀਆਂ ਕੀਤੀਆਂ, ਐਲਾਨ ਕਰਤਾ ਜਿਹੜਾ ਮੇਰੇ ਦਰਸ਼ਨ ਕਰੂਗਾ ਉਹਨੂੰ 8 ਪੈਰ ਸਵਰਗ ਦਾ ਨਜ਼ਾਰਾ ਮਿਲੂਗਾ। ਆਪਣੇ ਦੇਸ਼ ਦਾ ਤੁਹਾਨੂੰ ਪਤਾ ਹੀ ਹੈ, ਭੇਡਾ ਚਾਲ ਬਹੁਤ ਹੈ। ਜਾਗੀ ਭੇਡਾ ਚਾਲ ਚਲਤੇ ਕੇ ਪਾਛਾ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਗ ਮੂੜਦਾ। ਦੇਖੋ ਹਰਿਆਣੇ 'ਚ ਖੰਭ ਜਿਹਾ ਲਾਉਂਦਾ ਹੁੰਦਾ ਸੀ, ਜਿਹਨੂੰ ਖੰਭ ਲੱਗਦਾ ਉਹਦੇ ਗੋਟੇ ਗਿੱਟੇ ਸਹੀ ਹੋ ਜਾਣ। ਬਹੁਤ ਦੁਨੀਆ ਦੌੜੀ, ਸਾਰੀਆਂ ਬਿਮਾਰੀਆਂ ਹਟ ਜਾਣ। ਰੇਲਾਂ ਜਾਨੀ ਭੀੜ ਹੋ ਗਈ, ਚੜ੍ਹ ਹੋਵੇ ਨਾ, ਅਗਲੇ ਤਾਂ ਗੋਡੇ ਲੱਤਾਂ ਕੀ ਠੀਕ ਕਰਾਉਣੀ ਸੀ, ਬਾਹਾਂ ਕਈ ਡਿੱਗ ਕੇ ਜਿਹੜੀਆਂ ਰੱਬ ਨੇ ਦਿੱਤੀਆਂ ਉਹ ਵੀ ਤੜਾ ਕੇ ਆ ਗਏ। ਆਪਣੇ ਭੇਡਾਂ ਚੱਲ ਬਹੁਤ ਹੈ। ਇੱਥੇ ਦਾ ਮਾੜਾ ਜਿਹਾ ਸੱਪ ਲੈ ਕੇ ਆ ਜਾਣ ਪਟਾਰੀ 'ਚ ਤੇ ਉਹਨੂੰ ਦੇਖਣ ਲਈ ਦੁਨੀਆ ਕਿਵੇਂ ਦੌੜ ਜਾਂਦੀ। ਦੀਨ ਵਜਾ ਦੇ ਝੁਰਲੂ ਢੀਚ ਕਾਲੇ ਕਈ ਜਾਦੂਗਰ ਆਉਂਦੇ, ਇਹ ਜੀ ਬੰਦੇ ਨੂੰ ਅੜਾ ਦਿੰਦੇ, ਇਉਂ ਮੋਹਰਾਂ ਤੋੜ ਕੇ ਡੱਬਾ ਭਰਦੇ ਆ। ਤੇ ਜੇ ਇੰਨੀ ਕਰਾਂ ਮਾਰਤੇ ਤੇ ਫੇਰ ਮੰਗਦੇ ਕਿਉਂ ਫਿਰਦੇ? ਕਈ ਹਾਥੀ ਲਈ ਫਿਰਦੇ, ਹਾਥੀ ਮੰਗਣ ਦਾ ਢੰਗ ਬਣਾਇਆ ਹੁਣ ਤਾਂ ਬਹੁਤ ਡਿਵੈਲਪ ਹੋ ਗਿਆ। ਸਾਡੇ ਉੱਥੇ ਜੀ ਇੱਕ ਦਿਨ ਗਧਾ ਉਹਦੇ ਕਲਗੀ ਲਾਈ ਤੇ ਕਾਠੀ ਬਹੁਤ ਵਧੀਆ, ਝੁੱਲ ਬਹੁਤ ਵਧੀਆ ਪਾਇਆ ਤੇ ਪਿੱਛੇ ਚੌਰ ਕਰਦੇ ਹੋਣ ਤੇ ਬੈਂਡ ਬਾਜਾ ਮੂਹਰੇ ਵੱਜੇ ਗਧੇ ਦੇ। ਮੈਂ ਕਿਹਾ ਇਹ ਕੀ ਗੱਲ ਹੈ? ਕਹਿੰਦੇ ਜੀ ਇਹ ਅਗੋਈ ਮਾਤਾ ਦਾ ਵਾਹਣ ਹੈ, ਅਗੋਈ ਮਾਤਾ ਦਾ ਗਧਾ ਵਾਹਣ ਹੈ। ਮੈਂ ਕਿਹਾ ਉਹ ਘੁਮਿਆਰਾਂ ਤੋਂ ਕਿਰਾਏ 'ਤੇ ਲਿਆਂਦਾ ਹੋਣਾ ਕਿਤੇ। ਅੱਜ ਤਾਂ ਪੂਜਾ ਕਰਦੇ ਹਾਂ, ਕੱਲ੍ਹ ਚਾਰ ਰੂੜੀਆਂ ਦੇ ਕੁੱਟੋ ਨਾ, ਹੋਰ ਨਾ ਕਿਤੇ ਗਲ ਪਾ ਲਿਓ ਸਿਆਪਾ ਤੇ ਸਾਡਾ ਗਧਾ ਮਾਰ ਦਿੱਤਾ। ਸਾਡੇ ਦੇਸ਼ ਵਿੱਚ ਮਹਾਰਾਜ ਰੱਬੇ ਹੀ ਰੱਖ, ਜਿਸ ਤਰ੍ਹਾਂ ਦਾ ਕੰਮ ਚੱਲਦਾ ਉੱਥੇ ਹੀ ਹੁਣ ਸਵਰਗ ਦਾ ਨਜ਼ਾਰਾ ਸੀ। ਜਿੱਥੇ ਦਾ ਸਿਨੇਮੇ ਦੇ ਨਜ਼ਾਰਿਆਂ ਨੂੰ ਦੁਨੀਆ ਬਹੁਤ ਦੌੜਦੀ, ਕਲੱਬਾਂ ਪੱਬਾਂ ਦੇ ਨਜ਼ਾਰਿਆਂ ਨੂੰ ਪੈਸੇ ਦੇ ਕੇ ਦੌੜਦੀ, ਨਾ ਜੀਵਨ ਬਰਬਾਦ ਹੁੰਦਾ। ਸਵਰਗ ਸੀ ਬਾਜੀ ਭਾਜੜਾਂ ਪੈ ਗਈ। ਉਹ ਕਹਿਣ ਲੱਗਾ ਕੋਈ ਰਹਿਤ ਨਹੀਂ ਗਿਆ। ਕਹਿੰਦੇ ਆ ਤੇਰੇ ਗੁਆਂਢ ਹੀ ਰਹਿੰਦਾ। ਗੁਰੂ ਅਰਜਨ ਸਾਹਿਬ ਦਾ ਸਿੱਖ ਆ, ਤਿਲਕੂ ਇਹ ਨਹੀਂ ਆਇਆ, ਬਿਲਕੁਲ ਨਾਲੇ ਜਗ੍ਹਾ। ਇੱਧਰ ਉਹ ਨਾਥਾਂ ਦੀ ਜਗ੍ਹਾ ਗੜ੍ਹ ਸ਼ੰਕਰ। ਗੜ੍ਹ ਸ਼ੰਕਰ ਮਤਲਬ ਸ਼ਿਵ ਜੀ ਦਾ ਗੜ੍ਹ, ਯੋਗੀਆਂ ਦਾ ਗੜ੍ਹ ਸੀ ਜੀ ਗੜ੍ਹ ਸ਼ੰਕਰ। ਤਾਂ ਇਹ ਸ਼ਿਵ ਜੀ ਦੇ ਨਾਂ 'ਤੇ ਰੱਖਿਆ, ਸ਼ੰਕਰ ਨਾਮ ਸ਼ਿਵ ਜੀ। ਯੋਗੀਆਂ ਜੀ ਦਾ ਨਾਮ ਸ਼ਿਵ ਜੀ ਦੇ ਨਾਂ 'ਤੇ ਰੱਖਿਆ ਜੀ ਸ਼ਹਿਰ। ਕਹਿੰਦੇ ਤੇਰਾ ਗੁਆਂਢੀ ਨਹੀਂ ਆਇਆ ਤਿਲਕੂ। ਕਹਿੰਦੇ ਕਮਾਲ ਦੀ ਗੱਲ ਹੈ, ਸਵਰਗ ਤੋਂ ਬਿਨੇ ਰਹਿ ਜਾਏਗਾ। ਬਹੁਤ ਸਨੇਹ ਭੇਜੇ ਆਇਆ ਨੇ, ਆਪਸ ਮਿਲਦੇ ਗਿਲਦੇ ਵੀ ਰਹਿੰਦੇ ਸੀ, ਪ੍ਰੇਮ ਵੀ ਸੀ, ਗੁਆਂਢੀ ਸੀ। ਕਹਿੰਦੇ ਚੱਲ ਮੈਂ ਆਪੇ ਦਰਸ਼ਨ ਦੇਵਾਂ, ਸਵਰਗ ਤੋਂ ਨਾ ਰਹਿ ਜਾ। ਉਹ ਮੇਚਾ ਜੋਗੀ ਆ ਗਿਆ
तिलकू कुंडा ला के अंदर वड़ गया। वो कहते तिलकू बाहर निकल दे, दुनिया मेरे दर्शन लिए आ रही है, मैं जोगा अभ्यासी हाँ। अज स्वर्ग का बूहा खुला, तू बूहा बंद करके अंदर लोगे। मैं तो स्वर्ग का बूहा खोलिया सारिਆਂ ਲਈ, वो निकले ना। कहते बाहर तो आऊँगा, तू बचन दे भी तेरा दर्शन करके मैं स्वर्ग ना दे, क्योंकि नरक सुरग ते मैं रहो सतगुर कै प्रसाद संतन दो राधे। स्वर्ग भी रद दिता, नरक भी रद दिता। ताहां बकुंठ जय कीर्तन तेरा, साडा बकुंठ तो यही है। कहो कबीरे कही है काहे साध संगत बैकुंठ है आज। ये सेवा सिमरन का मार्ग है, कुर्बानी परोपकार का मार्ग है। सो साध संगत जी वो फिर कहन लगा भी तेरा यह मन इस तरह किवें। कहते गुरु अर्जन साहब जी की कृपा। वो फिर लैके महाराज को आ गया। महाराज ने तंबू लवाता, जोगी नूं उत्थे बाल दिता। कहते महाराज दर्शन, कहते दर्शन तो उन्होंने मौज में होणगे। जोगी अंदर बैठा जी, महाराज ने हाथ कढ़िया, कहते जोगी जी आ कंन ते मुंदरा तेरा। कहता हाँ मैं उत्थे गंगा नहाउण गया सी, वो मच्छी टुक के लग गई सी। कहते लाला कंन लाया तो नाले जुड़ गया। कहता कमाल की गल, मैं सारी उम्र योगा अभ्यासां च पिया रहा। आ गुरु नानक घर की महिमा वखरी है, तो सिख बनाता भाई तिलकू ने महेशे जोगी। इस वास्ते पातशाह कहते प्यारे इन बिद मिलन ना जाए, मैं किए कर्म अनेका। इन्होंने विधियां ना रब नूं मिलिया नहीं जाता। नित कर्म निमित कर्म प्राप्त कई तरह के कीते है। काम कर्म इन्होंने कर्मां के करने नाल परमेश्वर की प्राप्ति नहीं होती है। हार परियो स्वामी का द्वारा, दीजा बुद्ध विवेका। सारे पासों हार मन के तुहाडे द्वारे आके झुक गए। सानू ज्ञान वाली बुद्धि समर्थ देना करो। रहाओ विश्राम दे के पातशाह कृपालता करते। इस शब्द विच दो रहाओ आ। इस वास्ते पहला रहाओ आया है, अस्थाई की पंक्ति द्वारा कृपा करते हैं। मोन भयो कर पाती रहियो, नगन फिरियो बान माही। कहते कई मोन रखते हैं। एक तो उनका गुंग मोन है जिमें पशु है, एक काष्ट मोन है जिमें दरख्त है, एक जड़ मोन है जिमें पत्थर है, एक ज्ञान मोन है। लोड़ मुताबक वचन करना, इन चुप रहना, इनू ज्ञान मोन कहते हैं। ठीक है। इस वास्ते कई मोनी होए बैठा कांति हिरदे कल्पन गाठा। मोन धार लिया तो हिरदे कल्पना दी गंढा बनी जाता। कलीसा कढ़न बह गया, कापियां ते सलेटां लिख फड़ाई जाता। इन्ने पेड़े भेज दो, इन्नी पंजीरी बदामां की भेज दो, इन्ना गजरेला भेज दो। रखिया मोनिया तो मन अंदरों साह रौला पाउण हटदा नहीं। तो इस वास्ते कई मोनी बन जाते हैं। मोन भयो मोन रख लिया। कर पाती हुंदा हत्थां नूं पात्र बना के भिखिया करके हत्थां दी रोटी खा लेनी, भांडा भी नहीं रखना, उन्होंने कर पात्री कहते हैं। हाँ जी, इहो जिहा त्यागी भी बन गया। नगन फिरियो बन माही। जिमें जंगल दे विच हरन नंगे फिरदे है, इस तरह ही नंगा फिरदा रहा। पिछले जन्म कपड़े का दान नहीं किया, इस जन्म मिलता नहीं, तो हुण त्यागी बन गया। इस तरह कई नंगे जंगलों बनमाणू घूमते हैं। तट तीर्थ सब धरती भ्रमियो। कई की करते हैं, वो गंगोत्री यमुनोत्री गंगा के किनारे किनारे जाई जाते हैं, गंगा सागर तक उधरों ही तुर पाते हैं कि जे मैं गंगा के किनारे मरांगा मुक्ति हो जाऊगी। तट तीर्थां के तट किनारियां से घूमते हैं। दुबदा छुटका नाही। तट तीर्थ हाँ जी, सारी धरती का वो भरमण करते हैं। जे 25 को रोज जाइए, एक साल विच हिंदुस्तान के 68 तीर्थां यात्रा होंदी। भट्टा ने लिखा ना, बरस एक हों फिरियो। एक साल तां लिखा कि एक साल तीर्थां दे घूमदे। जे 25 रोज जाइए, एक साल विच 68 तीर्थां ते घूमिया जांदा। कहंदे सारी धरती का भी पैदल भरमण किया है। दुबदा छुटका नाही। इन्हों गल्लां नाल मन जिहड़ी दुबदा विरती राग द्वेष वाली विरती है, ये तो भाई छुटकारा नहीं मिलता है।
ਮਨ ਕਾਮਨਾ ਤੀਰਥ ਜਾਏ ਬਸਿਓ। ਮਨ 'ਚ ਐਸੀ ਕਾਮਨਾ ਪੈਦਾ ਹੋ ਗਈ, ਕਾਸ਼ੀ ਆਦਿਕ ਤੀਰਥ 'ਤੇ ਜਾ ਕੇ ਨਿਵਾਸ ਕਰੀਏ। ਇੱਕ ਰਾਜਾ ਸੀ, ਉਹ ਕਹਿੰਦੇ ਨਾ ਕਾਸ਼ੀ ਮਰਨਾਥ ਮੁਕਤ, ਜਿਹੜਾ ਕਾਸ਼ੀ 'ਚ ਮਰ ਜਾਂਦਾ ਮੁਕਤ ਹੋ ਜਾਂਦਾ। ਉੱਥੇ ਚਲ ਗਿਆ। ਉਹ ਕਹਿੰਦਾ ਵੀ ਜੇ ਪੈਰ ਹੋਏ ਤੇ ਬਾਹਰ ਚੱਲ ਜਾਵਾਂਗੇ। ਹੁਣ ਆਪਣੇ ਦੋਨੋਂ ਪੈਰ ਵਢਾ ਦਿੱਤੇ ਗਿੱਟੇ ਤੋਂ ਉੱਪਰੋਂ, ਤੇ ਨਾ ਪੈਰ ਹੁਣ ਨਾ ਬਾਹਰ ਜਾਵਾਂ, ਇੱਥੇ ਮਰਾਂ ਮੁਕਤ ਹੋ ਜਾ। ਉਹ ਕੁਦਰਤੀ ਉੱਥੇ ਦਾ ਜਿਹੜਾ ਰਾਜਾ ਸੀ, ਉਹ ਘੋੜੀ ਲਿਆ ਬੜੀ ਤੇਜ਼ ਤਰਾਰ, ਉਹ ਕਿਸੇ ਨੂੰ ਪਿੱਠ 'ਤੇ ਬਹਿਣ ਨਾ ਦੇਵੇ, ਤੁਰੀ ਵਿਸਿਆਰ। ਸੋ ਇਹ ਹੁਣ ਬੜਾ ਤਗੜਾ ਸਵਾਰ ਸੀ। ਕਹਿੰਦਾ ਹੁਣ ਪੈਰ ਹੈ ਨਹੀਂ ਹੁੰਦੇ ਤਾਂ ਮੈਂ ਇਹਦੀ ਸਵਾਰੀ ਕਰਕੇ ਦਿਖਾਉਂਦਾ। ਉਹ ਕਹਿੰਦੇ ਮਹਾਰਾਜ ਤੁਹਾਨੂੰ ਚੁੱਕ ਕੇ ਬਹਾਲ ਦਿੰਦੇ ਹਾਂ, ਕਿਰਪਾ ਕਰੋ। ਇਹਨੂੰ ਬਹਾਲ ਦਿੱਤਾ। ਉਹ ਘੋੜੀ ਜੋ ਮਤਾਣੀ ਹੋ ਕੇ ਦੌੜੀ, ਕਾਸ਼ੀ ਤੋਂ ਬਾਹਰ ਦੌੜ ਗਈ, ਉੱਤੋਂ ਡਿੱਗ ਕੇ ਮਰ ਗਿਆ। ਪੈਰ ਵੀ ਵਢਾਏ, ਕਾਸ਼ੀ ਤੋਂ ਮਰਿਆ ਵੀ ਬਾਹਰ, ਮੁਕਤੀ ਤੋਂ ਵੀ ਰਹਿ ਗਿਆ। ਕਈ ਇਸ ਤਰ੍ਹਾਂ ਵੀ ਕਰਦੇ ਆ। ਪਾਤਸ਼ਾਹ ਕਹਿੰਦੇ ਇਹੋ ਜਿਹਾ ਵੀ ਕੰਮ ਕਰ ਲੈ। ਇਸ ਵਾਸਤੇ ਹਾਂਜੀ ਫੇਰ ਬੋਲੋ। ਮਨ ਕਾਮਨਾ ਤੀਰਥ ਜਾਏ ਬਸਿਓ। ਮਨ 'ਚ ਕਾਮਨਾ ਧਾਰ ਲਈਆਂ ਕਿ ਤੀਰਥਾਂ ਦੇ ਜਾ ਕੇ ਨਿਵਾਸ ਕਰ ਲਈਏ। ਸਿਰ ਕਰਵਤ ਧਰਾਏ। ਕਾਸ਼ੀ 'ਚ ਇੱਕ ਆਰਾ ਹੁੰਦਾ ਸੀ ਜੀ, ਉਹਨੂੰ ਕਲਵਤਰ ਆਰਾ ਕਹਿੰਦੇ ਸੀ। ਤੇ ਪੰਡਿਆਂ ਨੇ ਮਾਲ ਮੱਤਾ ਤੇ ਲੋਕਾਂ ਤੋਂ ਲੁੱਟ ਲੈਣਾ, ਬੜੇ ਬੜੇ ਰਾਜਿਆਂ ਤੋਂ। ਇਹ ਸ਼ਿਵ ਜੀ ਦੀ ਪੂਰੀ ਹੈ। ਜਿਹੜਾ ਕਲਵਤਰ ਆਰੇ ਨਾਲ ਆਪਣੇ ਆਪ ਨੂੰ ਚਰਾ ਦੇਵੇ, ਉਹਦੀ ਮੁਕਤੀ ਹੋ ਜਾਂਦੀ ਹੈ। ਉਹਨੂੰ ਤਾਂ ਚੀਰ ਕੇ ਮੁਕਤ ਕਰ ਦੇਣਾ, ਬਾਕੀ ਸਾਰਾ ਕੁਝ ਨਹੀਂ ਆਪ ਸਾਂਭਣਾ। ਇਹੋ ਜਿਹਾ ਘੋਰ ਪਾਪ ਹੁੰਦੇ ਸੀ। ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਮੱਤ ਦੇ ਗਿਆ। ਇਸ ਵਾਸਤੇ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਸਿਰ ਤੇ ਕਲਵਤਰ ਆਰੇ ਵੀ ਧਰਾ ਲੈਣਾ ਕਰੇ, ਇਹਨਾਂ ਨੂੰ ਮੁਕਤੀਆਂ ਨਹੀਂ ਮਿਲਦੀਆਂ। ਮਨ ਕੀ ਮੈਲ ਨਾ ਉਤਰਾ ਇਹ ਵਿਦ। ਇਹਨਾਂ ਵਿਧੀਆਂ ਨਾਲ ਜਿਹੜੀ ਮਨ ਨੂੰ ਮਲ ਬਖਸ਼ੇਪ ਅਵਰਨ, ਇਹ ਮੈਲ ਲੱਗੀ ਹੋਈ ਹੈ, ਇਹ ਨਹੀਂ ਉਤਰਦੀ ਹੈ ਤਾਂ ਕਰਮ ਪਾਸ਼ਨਾ ਗਿਆਨ ਨਾਲ ਹੀ ਦੂਰ ਹੁੰਦੀ ਹੈ। ਜੇ ਲੱਖ ਯਤਨ ਕਰਾਏ। ਭਾਵੇਂ ਇਸ ਤਰ੍ਹਾਂ ਦੇ ਲੱਖਾਂ ਹੀ ਯਤਨ, ਇੱਕ ਦੋ ਦੀ ਗੱਲ ਛੱਡੋ, ਪਾਤਸ਼ਾਹ ਕਹਿੰਦੇ ਆ ਲੱਖਾਂ ਹੀ ਯਤਨ ਵੀ ਕਰ ਲੈਣਾ ਕਰੇ, ਮਨ ਦੀ ਮੈਲ ਫੇਰ ਨਹੀਂ ਉਤਰਦੀ ਹੈ। ਕਾਨਕ ਕਾਮਨੀ ਹੈ ਵਰਗਾਵਰ। ਕਾਨਕ ਸੋਨਾ ਦਾਨ ਕਰ ਲਵੇ। ਸੋਨਾ ਦਾਨ। ਉਹ ਇੱਕ ਵਾਰੀ ਕੋਈ ਚੋਰ ਸੀ, ਉਹ ਮੰਦਿਰ ਚੋਂ ਗਣੇਸ਼ ਦੀ ਮੂਰਤੀ ਚੁੱਕ ਕੇ ਲੈ ਗਿਆ। ਉਹ ਸੋਨੇ ਦੀ ਸੀ। ਹੁਣ ਸੁਨਿਆਰੇ ਨੇ ਮੂਰਤੀ ਨੂੰ ਤੋਲਿਆ, ਉਹਦਾ ਮੁੱਲ ਪਾਇਆ। ਉਹ ਕਹਿੰਦਾ ਗਣੇਸ਼ ਦੀ ਮੂਰਤੀ ਤੂੰ ਮੁੱਲ ਥੋੜ੍ਹਾ ਪਾਉਣਾ। ਕਹਿੰਦਾ ਤੇਰੇ ਲਈ ਗਣੇਸ਼ ਹੋਊ, ਮੇਰੇ ਲਈ ਤਾਂ ਸੋਨਾ ਹੀ ਆ, ਤੇ ਜਿੰਨਾ ਤਕੜੀ ਤੋਲਿਆ ਮੈਂ ਤਾਂ ਉਹਦਾ ਮੁੱਲ ਦੇਣਾ। ਗਣੇਸ਼ ਹੋਊਗਾ ਤੇਰੇ ਲਈ ਹੋਊ, ਸੁਨਿਆਰੇ ਲਈ ਕੋਈ ਗਣੇਸ਼ ਨਹੀਂ। ਹੁਣ ਤਾਂ ਤੋਲ ਦੇਖਣਾ ਵੀ ਇਹ 'ਚ ਗਿਲਟ ਕਿੰਨਾ ਤੇ ਸਹੀ ਕਿੰਨਾ, ਉਹਨਾਂ ਮੁੱਲ ਦੇਣਾ। ਇਸ ਵਾਸਤੇ ਕਹਿੰਦੇ ਸੋਨੇ ਦਾ ਵੀ ਦਾਨ ਕਰ ਲਵੇ, ਕਣਕ ਕਾਮਨੀ। ਤੇ ਫਿਰ ਉੱਥੇ ਕੁਰੂਕਸ਼ੇਤਰ ਜਾ ਕੇ ਇਹ ਪੰਡਿਆਂ ਨੇ ਐਸਾ ਪਖੰਡ ਚਲਾਇਆ ਸੀ, ਇਹ ਲੜਕੀਆਂ ਦਾ ਦਾਨ ਲੈਂਦੇ ਸੀ। ਬੜੇ ਬੜੇ ਰਾਜੇ ਮਹਾਰਾਜੇ ਜਾਣੇ ਉੱਥੇ। ਫਿਰ ਸਾਧ ਸੰਗਤ ਜੀ ਉਹਨਾਂ ਨੂੰ ਸ਼ਿੰਗਾਰ ਕੇ ਬਹੁਤ ਗਹਿਣੇ ਕੱਟੇ, ਹੀਰੇ ਜਵਾਹਰ ਪਾ ਕੇ ਦਾਨ ਕਰਨਾ। ਉਹਨਾਂ ਦਾ ਵੀ ਨਹੀਂ ਮੁੱਲ ਬਹੁਤ ਪਾ ਦੇਣਾ, ਉਹਨਾਂ ਤੋਂ ਖਰੀਦਣਾ ਹੋਣਾ, ਤੇ ਉਹਨਾਂ ਨੂੰ ਰੱਖ ਕੇ ਬਹੁਤ ਮਾੜੇ ਕੰਮ ਕਰਦੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਗਏ, ਮਹਾਰਾਜ ਹੁਣ ਸ਼ਹਿਨਸ਼ਾਹ ਸੀ। ਮਹਾਰਾਜ ਨੇ ਕੀ ਕੀਤਾ, ਇਹਨਾਂ ਲੋਕਾਂ ਨੂੰ ਮੱਤ ਦੇਣੀ ਸੀ। ਇੱਕ ਗਧੀ ਬਹੁਤ ਸ਼ਿੰਗਾਰਦੀ, ਬਹੁਤ ਜ਼ਿਆਦਾ, ਪੈਰਾਂ 'ਚ ਹਮੇਲਾਂ ਪਾਤੀਆਂ, ਕੰਡਿਆਲੇ ਸੋਨੇ ਦੇ, ਕਾਠੀ ਵੀ ਐਨ ਪੂਛ ਤੱਕ ਪੂਰਾ ਸ਼ਿੰਗਾਰਿਆ। ਪੰਡੇ ਆ ਗਏ, ਮਹਾਰਾਜ ਕਹੇ ਜੀ ਦਾਨ ਕਰੋ, ਇੱਥੇ ਕੁਰੂਕਸ਼ੇਤਰ ਦਾ ਹੈ, ਕੰਨਿਆ ਦਾਨ ਕਰੋ। ਮਹਾਰਾਜ ਕਹਿੰਦੇ ਲੈ ਜਾਓ, ਇਹ ਵੀ ਮਦੀਨੇ ਹੀ ਆ। ਹੁਣ ਦੇ ਤਾਂ ਉੱਤੇ ਸਮਾਨ ਪਾਇਆ ਦੇਖਣ ਤੇ ਬਹੁਤ ਕੀਮਤੀ, ਇਹਦਾ ਪੰਡਿਆਂ ਦੇ ਮੂੰਹ 'ਚ ਲਾਲਾ ਆਉਣ, ਤੇ ਜੇ ਲਿਜਾਣ ਲੋਕਾਂ ਨੇ ਕਹਿਣੇ ਨਹੀਂ ਗਧੀ ਨਹੀਂ ਛੱਡੀ। ਗੱਜ ਕੇ ਬੋਲੋ। ਉੱਥੇ ਵੀ ਇੱਕ ਮਨੀ ਰਾਮ ਪੰਡਤ ਸੀ, ਉਹਦੀ ਮਾਤਾ ਬ੍ਰਹਮ ਗਿਆਨੀ ਸੀ। ਉਹ ਕਹਿਣ ਲਈ ਮਨੀ ਰਾਮਾ, ਉਹ ਤਾਂ ਆਪ ਪਰਮੇਸ਼ਰ ਆਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਔਰ ਜੋਤ ਜਗ ਮੰਡਲ ਕਰਿਓ। ਉਹ ਕਪਲਾ ਗੋ ਬਣ ਜਾਣੀ ਹੈ, ਜਾ ਚੱਲ ਜਾ। ਉਹ ਫਿਰ ਗਿਆ ਵੀ ਮਹਾਰਾਜ ਤੁਹਾਡਾ ਦਿੱਤਾ ਦਾਨ ਮੈਨੂੰ ਮਨਜ਼ੂਰ ਹੈ। ਮਹਾਰਾਜ ਨੇ ਕਿਹਾ ਸਾਰੇ ਕੁਰੂਕਸ਼ੇਤਰ 'ਚ ਆਹ ਸਬਰ ਵਾਲਾ ਪੰਡਤ। ਮਹਾਰਾਜ ਫਿਰ ਤਾਂਬੇ ਦੇ ਪੱਤਰੇ 'ਤੇ ਤੀਰ ਦੀ ਨੋਕ ਨਾਲ ਹੁਕਮਨਾਮਾ ਲਿਖ ਕੇ ਉਹਨਾਂ ਨੂੰ ਦਿੱਤਾ। ਮੈਂ ਆਪ ਉੱਥੇ ਗਿਆ ਤੇ ਮੈਂ ਉਹ ਪੜ੍ਹਿਆ, ਤਾਂਬੇ ਦਾ ਐਡਾ ਪੱਤਰਾ, ਤੀਰ ਦੀ ਨੋਕ ਨਾਲ ਹੁਕਮਨਾਮਾ ਲਿਖਿਆ।
ਉਹਦੇ ਤੇ ਫਾਰਸੀ 'ਚ ਮੋਹਰ ਵੀ ਲੱਗੀ ਹੋਈ ਹੈ ਮਹਾਰਾਜ। ਸੋ ਇਸ ਵਾਸਤੇ ਇਹਨਾਂ ਪੰਡਿਆਂ ਦਾ ਜਿਹੜਾ ਪਖੰਡ ਸੀ, ਇਸ ਤਰ੍ਹਾਂ ਦੇ ਕਰਮ ਕਰਦੇ ਸੀ, ਉਹ ਵੀ ਮਹਾਰਾਜ ਨੇ ਇਸ ਢੰਗ ਨਾਲ ਇਹ ਪਖੰਡਾਂ ਨੂੰ ਰੋਕਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਨਾਨੂ ਪੰਡਤ ਦਾ ਹੰਕਾਰ ਤੋੜਿਆ ਹੈ। ਨਾਨੂ ਅਸੀਂ ਆਪਣੇ ਉਹ ਨਾਨਕ ਹੋਣ ਲੱਗ ਪਿਆ। ਇਹ ਜਿਹੜਾ ਭਵਿਸ਼ਤ ਪੁਰਾਣ 'ਚ ਲਿਖਿਆ ਨਾ, ਬੇਦੀ ਬਾਂਸੇ ਪਸ਼ਚਿਮ ਗੁਰੂ ਨਾਨਕ ਨਾਮ ਭਵਰਾਜ ਰਿਸ਼ੀਆ ਹੋਣਗੇ, ਉਹ ਕਹਿੰਦਾ ਮੈਂ ਹੀ ਹਾਂ। ਇਹ ਮਹਾਰਾਜ ਨੇ ਉਹਦਾ ਹੰਕਾਰ ਤੋੜ ਕੇ ਨਿਵਰਤੀ ਕੀਤੀ ਸੀ। ਪਾਤਸ਼ਾਹ ਕਹਿੰਦੇ ਕਨਕ ਕਾਮਨੀ, ਕਨਕ ਸੋਨੇ ਦਾ, ਕਾਮਨੀ ਮੈਨੇ ਕੰਨਿਆਂ ਦਾ ਵੀ ਦਾਨ ਕਰ ਲੈਣਾ ਕਰੇ। ਹੈਵਰ ਗੈਵਰ ਹੈ ਘੋੜੇ ਪਰ ਜਿਹੜੇ ਸ੍ਰੇਸ਼ਟ ਆ, ਇਹਨਾਂ ਦਾ ਵੀ ਦਾਨ ਕਰ ਲੈਣਾ ਕਰੇ। ਤੇ ਗੈ ਹਾਥੀ ਬਰ ਜਿਹੜੇ ਸ੍ਰੇਸ਼ਟ ਆ, ਹਾਥੀਆਂ ਦਾ ਵੀ ਦਾਨ ਕਰ ਦੇਣਾ ਕਰੇ। ਬਹੁ ਵਿਧ ਦਾਨ ਦਾਤਾਰਾ, ਬਹੁਤ ਵਿਧੀਆਂ ਦਾ ਦਾਤਾ ਬਣ ਕੇ ਦਾਨ ਵੀ ਕਰ ਦੇਣਾ ਕਰੇ। ਅੰਨ ਵਸਤਰ ਭੂਮ ਬਹੁ ਅਰਪੇ, ਅੱਜ ਤਾਂ ਗੰਢਾ ਦੇ ਕੇ ਸੰਡਾ ਮੰਗਦੇ ਆ, ਥੇਲੀ ਦੇ ਕੇ ਹਵੇਲੀ ਮੰਗਦੇ ਆ। ਇੱਕ ਮਾਈ ਬੜੀ ਚੋਰਟੀ ਹੁੰਦੀ ਸੀ, ਤੇ ਉਸ ਨੇ ਸਾਧ ਸੰਗਤ ਇਸ ਤਰ੍ਹਾਂ ਦਾਨ ਕਰਨਾ, ਚੋਰੀ ਬਹੁਤ ਕਰਨੀ, ਵਿੱਚੋਂ ਥੋੜਾ ਆਪੇ ਪੜਦਾ ਰਹਿ ਜਾਏ। ਉਹ ਕੋਠੇ ਚੜ੍ਹ ਕੇ ਉੱਤੇ ਨੂੰ ਦੇਖਿਆ ਕਰੇ। ਉੱਥੋਂ ਇੱਕ ਮਹਾਤਮਾ ਸੰਤ ਲੰਘੇ, ਕਹਿੰਦੇ ਮਾਤਾ ਉੱਤੇ ਨੂੰ ਕੀ ਦੇਖਦੀ ਆਕਾਸ਼ ਵੱਲ ਨੂੰ? ਕਹਿੰਦੇ ਸੰਤ ਜੀ ਤੈਨੂੰ ਨਹੀਂ ਪਤਾ, ਮੈਂ ਬਹੁਤ ਵੱਡੀ ਦਾਨੀ ਹਾਂ, ਮੈਂ ਦੇਖਦੀ ਹਾਂ ਕਿ ਆਕਾਸ਼ ਵਿੱਚੋਂ ਮੇਰੇ ਲਈ ਭਗਵਾਨ ਆ ਰਿਹਾ ਕਿ ਨਹੀਂ। ਤੇ ਸੰਤ ਜੀ ਨੇ ਟੋਟਕਾ ਸੁਣਾਤਾ, ਕਹਿਣ ਲੱਗੇ ਠਹਿਰਨ ਕੀ ਚੋਰੀ ਕਰੇ ਸੂਈ ਕਰੇ ਦਾਨ, ਕੋਠੇ ਚੜ੍ਹ ਕੇ ਵੇਖਦੀ ਕਿੱਧਰੋਂ ਆਉਣ ਭਗਵਾਨ। ਤੇ ਚੋਰੀ ਤਾਂ ਐਹਰਨ ਦੇ ਬਰਾਬਰ ਕਰਦੀ ਹੈ, ਵਿੱਚੋਂ ਸੂਈ ਮਾਤਰ ਦਾਨ ਕਰਦੀ ਹੈ। ਹੁਣ ਕੋਠੇ ਤੇ ਚੜ੍ਹ ਕੇ ਦੇ ਰਹੀ ਭਗਵਾਨ ਕਿੱਧਰੋਂ ਆਉਣ। ਕਈ ਇਸ ਤਰ੍ਹਾਂ ਦੀ ਕਿਰਿਆ ਕਰਦੇ ਹਨ। ਨਹਿ ਮਿਲਿਆ ਹਰ ਦੁਆਰਾ, ਕਈ ਹਰਿਦੁਆਰ ਜਾ ਕੇ ਰਹਿਣ ਲੱਗ ਪੈਂਦੇ ਆ। ਉੱਥੇ ਜਿਹੜੇ ਅਸਤੀਆਂ ਪਾਉਣ ਜਾਂਦੇ ਆ ਪੰਡੇ, ਫਿਰ ਉਹਨਾਂ ਦੇ ਕੱਪੜੇ ਪੂਰੇ ਲਾਉਂਦੇ ਆ ਤੇ ਭੰਡਾਰੇ ਕਰਾਉਂਦੇ ਆ। ਇਸ ਵਾਸਤੇ ਕਈ ਭੰਡਾਰੇ ਖਾਣ ਵਾਸਤੇ ਹਰਿਦੁਆਰ ਚਲ ਜਾਂਦੇ ਆ। ਕੱਲ੍ਹ ਬਾਬਾ ਜੀ ਦੀ ਬਰਸੀ ਮਨਾਈ ਹੈ, ਬਾਬਾ ਕਰਮ ਸਿੰਘ ਕੋ ਬਹੁਤ ਸਾਰੇ ਇਸ ਤਰ੍ਹਾਂ ਦੇ ਪੰਡੇ ਆ ਗਏ। ਕਥਾ ਵਾਰਤਾ ਹੁੰਦੀ ਰਹੀ, ਸ਼ਰਾਧਾਂ ਦੀ ਮੱਸਿਆ ਆ ਗਈ, ਉਦੋਂ ਉੱਥੇ ਜਾਂਦੇ ਆ। ਕਹਿੰਦੇ ਬਾਬਾ ਜੀ ਸਾਨੂੰ ਛੁੱਟੀ ਦਿਓ, ਹਰਿਦੁਆਰ ਗੰਗਾ ਜੀ ਜਾਣਾ, ਗੰਗਾ ਮਈਆ ਨਹਾਏਂਗੇ। ਉਹ ਕਹਿਣ ਲੱਗੇ ਵੀ ਤੁਸੀਂ ਤਾਂ ਖੁਦ ਤੀਰਥ ਹੈ, ਇੱਕ ਜੜ ਤੀਰਥ ਹੁੰਦਾ, ਇੱਕ ਜੰਗਮ ਹੁੰਦਾ। ਜੜ ਹੁੰਦਾ ਜਿਹੜਾ ਇੱਕ ਜਗ੍ਹਾ, ਜੰਗਮ ਸਾਧੂ ਸੰਤ ਦਾ ਜੰਗਮ ਤੀਰਥ ਹੈ, ਆਪ ਤੀਰਥ ਹੈ। ਆਸ਼ਾ ਤੀਰੇ ਜਾਂ ਸਾਧ ਭਗਤ ਹੈ, ਕੋਟ ਬੈਕੁੰਠ ਜਾਂ ਨਾਮ ਉਚਰੈ। ਪਰ ਉਹਨਾਂ ਦਾ ਮਨ ਉੱਥੇ, ਕਿਉਂਕਿ ਉਹ ਭੰਡਾਰੇ ਮਿਲਦੇ ਆ ਤੇ ਉਧਰ ਨੂੰ ਮਨ। ਬਾਬਾ ਜੀ ਕਹਿੰਦੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਸਾਰੇ ਪਦਾਰਥ ਮਿਲਦੇ, ਕਿਉਂ ਦੌੜਦੇ ਆ? ਪਰ ਮਨ ਨਾ ਮੰਨੇ। ਕਹਿੰਦੇ ਚਲੋ ਵਿਦਾ ਕਰੇ ਜੀ। ਤੇ ਸੰਤਾਂ ਕੋ ਬਰਸ਼ੀ ਫੜੀ ਹੋਈ ਸੀ, ਉਹ ਧਰਤੀ ਜਿਉਂ ਮਾਰੀ, ਤਿੰਨ ਪਾਣੀ ਦੇ ਸੁੰਬ ਫੁੱਟੇ। ਕਹਿੰਦੇ ਲਓ ਗੰਗਾ ਜਮਨਾ ਸਰਾਸਤੀ ਆ ਗਈ, ਇਸ਼ਨਾਨ ਕਰਾ ਲਓ। ਸਮਝੇ ਫਿਰ ਕਹਿੰਦੇ ਜਾਓ ਫਿਰ ਮੌਜ ਲੁੱਟੋ ਕਰੀ। ਤੇ ਸ਼ਬਦ ਪੜ੍ਹਿਆ ਜਨ ਕੈ ਚਰਨ ਤੀਰਥ ਕੋਟ ਗੰਗਾ, ਜਿੱਥੇ ਗਿਆਨਵਾਨ ਮਹਾਂਪੁਰਖ ਚਰਨ ਰੱਖਦਾ, ਇੱਕ ਗੰਗਾ ਵਿਚਾਰੀ ਦੀ ਕਰੋੜਾਂ ਗੰਗਾ ਨਿਵਾਸ ਕਰਦੀਆਂ ਹਨ। ਅੱਛਾ ਦੱਸਦੇ ਕਿ ਹਰਿਦੁਆਰ ਜਾ ਕੇ ਕਿ ਸ਼ਾਇਦ ਹਰੀ ਦਾ ਦੁਆਰ, ਉੱਥੇ ਰੱਬ ਮਿਲ ਜਾਏਗਾ। ਉੱਥੇ ਗੰਗਾ ਦੇ ਕਿਨਾਰੇ ਜਾ ਕੇ ਨਿਵਾਸ ਕਰਦੇ ਹਨ। ਪੂਜਾ ਅਰਚਾ ਬੰਦਨ ਡੰਡਾਉਤ, ਤੇ ਮੂਰਤੀ ਦੀ 16 ਪ੍ਰਕਾਰ ਦੀ ਪੂਜਾ ਕਰਦੇ ਦਾ। ਇਸ਼ਨਾਨ ਕਿਵੇਂ ਕਰਾਉਣਾ, ਵਸਤਰ ਕਿਵੇਂ ਪਹਿਨਾਉਣੇ ਆ, ਤੇ ਮੁਕਟ ਕਿਵੇਂ ਲਾਉਣਾ, ਮਾਲਾ ਕਿਵੇਂ ਪਾਉਣੀ ਆ, ਤੇ ਇਸ ਤਰ੍ਹਾਂ ਹੋਰ ਆਰਤੀ ਕਿਵੇਂ ਉਤਾਰਨੀ ਹੈ, ਭੋਗ ਕਿਵੇਂ ਲਾਉਣਾ, ਟਿੱਕਾ ਛਿੱਕਾ ਕਿਵੇਂ ਲਾਉਣਾ, ਬਹੁਤ ਤਰ੍ਹਾਂ ਦੀ ਇਸ ਤਰ੍ਹਾਂ 16 ਚਾਨਣੀ ਕਿਵੇਂ ਲਾਉਣੀ ਹੈ, ਤੇ ਪਲੰਘ ਤੇ ਬਿਰਾਜਮਾਨ ਕਿਵੇਂ ਕਰਨਾ, ਸੋਖਾਸਨ ਕਿਵੇਂ ਕਰਨਾ, ਇਹਦਾ ਦਰਸ਼ਨ ਇਸ਼ਨਾਨ ਕਿਵੇਂ ਹੈ। ਇਸ ਤਰ੍ਹਾਂ ਕਹਿੰਦੇ ਉਹ 16 ਪ੍ਰਕਾਰ ਦੀ ਜਿਹੜੀ ਪੂਜਾ ਹੈ ਉਹ ਵੀ ਕਰ ਲਵੇ। ਹਾਂਜੀ ਬੰਦਨ ਡੰਡਾਉਤ, ਅਤੇ ਡੰਡੇ ਵਾਂਗ ਲੰਮਾ ਪੈ ਕੇ ਨਮਸਕਾਰ ਵੀ ਕਰੇ। ਕਈ ਸਾਡੇ ਵੀ ਗੁਰੂ ਘਰ 'ਚ ਆ ਜਾਂਦੇ ਆ, ਉਹ ਆਸਟ੍ਰੇਲੀਆ ਗਏ, ਪਿੱਛੇ ਤਾਂ ਸੰਗਤ ਦੀ ਲਾਈਨ ਲੱਗੀ ਹੋਣੀ, ਉਹ 2-4 ਮੂਹਰੇ ਡੰਡੇ ਵਾਂਗ ਲੰਮੇ ਪੈ ਜਾ ਕਰ। ਮੈਂ ਕਿਹਾ ਵੀ ਤੁਸੀਂ ਤਾਂ ਪੈ ਗਿਆ, ਵੀ ਜੇ ਸਾਰੇ ਪੈ ਗਿਆ ਫਿਰ ਮੱਥਾ ਉੱਤੇ ਹੀ ਲੰਘ ਕੇ ਟੇਕਾਂਗੇ। ਆਹ ਕੰਮ ਕੀ ਫੜ ਲਿਆ ਤੁਸੀਂ ਮੂਹਰੇ ਲੰਮੇ ਪਏ ਆ, ਬਾਕੀ ਸੰਗਤ ਵੀ ਤੇ ਤੁਹਾਡੇ ਵਰਗੀ ਹੈ, ਤੇ ਤੁਸੀਂ ਸਾਰਾ ਰਾਹ ਰੋਕ ਲਿਆ। ਸਮਾਂ ਨਹੀਂ ਦੇਖਣਾ ਬਚਾ। ਇਸ ਵਾਸਤੇ ਕਹਿੰਦੇ ਡੰਡੇ ਮੂੰਹ ਲੰਮਾ ਪੈ। ਜੇ ਮਨ ਨਹੀਂ ਸਿੱਧਾ ਹੋਇਆ ਜਿੰਨਾ ਮਰਜ਼ੀ ਕਰੀ ਜਾ, ਮਨ ਦੇ ਕੁੰਡਲ ਕੱਢਣੇ। ਸੀਸ ਨਵਾਇਆ ਕਿਆ ਥੀ ਜਾਂ ਹਿਰਦੈ ਕੁਸੁਦੇ ਜਾਹੇ।
शिकारी का झुकना, कमान का झुकना, कमान झुक विचों तीर निकलूगा फुंडूगा, शेर का झुकना बघियाड़ का वो किसी का घात करूगा, दुश्मन का जोड़ा झुकना वो समझो कपटी बाहर करूगा, झुक नहीं रहा। इस वास्ते झुकना की है, मत्था की टेकना, मन का हंकार, मन दियां बुराइयां मत्था टेकना, वो टेकते नहीं। पर जे इस तरह टेकीए फिर सीस नवाया गिर परत बहु पापन की पोट, तांदे सीस न लग्या न जम की चोट। इस करके साहे कई अपनी हठ बिरती ना चलते है, संगत दे नाल रल के चलना चाहिए, आपो अपने ढंग च नहीं विचरना चाहिए। पातशाह किरपा करते हैं। हाँ जी, बंधन डंडौत लंबे पै के डंडे मूँह बंधन नमस्कार करते हैं। खट कर्म रत रहता, खट कर्म वेद पढ़ना पढ़ाना दान देना लेना जा करना कराना, इस तरह ਜਿਹੜੇ ब्राह्मण 6 ਕਰਮਾਂ ਦੇ ਰਤ ਉਹਦੇ ਵਿੱਚ ਆਪਣੇ ਆਪ ਨੂੰ ਮਨ ਨੂੰ ਰੰਗ ਕੇ ਰੱਖਦੇ, ਉਹਦੇ ਪ੍ਰੀਤਵਾਨ ਹੋ ਕੇ ਚੱਲਦੇ ਹਨ, ਇਸ ਰਹਿਤ ਵਿੱਚ ਰਹਿੰਦੇ ਹਨ। ਹਾਂ ਕਰਤ ਬੰਧਨ ਮਹਿ ਪਰਿਆ ਫਿਰ ਖਟਮਾ ਕਰਮੀ ਬਣ ਕੇ ਇਹੋ ਜਿਹਾ ਕਰਮ ਕਰਕੇ ਹਾਂ ਮੈਂ ਆਹ ਕੀਤਾ ਹੰਕਾਰ ਦੇ ਬੰਧਨਾਂ ਵਿੱਚ ਤੁਰੇ ਫਿਰਦੇ ਆ, ਕਿਉਂਕਿ ਹਉਮੈ ਇਹੀ ਬੰਧਨ, ਇਹ ਜਿਹੜੀ ਹਉਮੈ ਇਹੀ ਬੰਧਨ ਵੱਡਾ, ਜਿਹਨੂੰ ਹਉਮੈ ਤਿਆਗ ਕੇ ਉਹਨੂੰ ਬੰਧਨ ਹੈ ਹੀ ਕੋਈ ਨਹੀਂ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਸਚਿਆਰ ਪੂਰਿਆਰ, ਇਹ ਸਾਰਾ ਸ਼ਬਦ ਪੜ੍ਹ ਲਓ ਆਸਾ ਜੀ ਦੀ ਵਾਰ ਦਾ, ਸਾਰਾ ਇਸੇ ਤੇ ਲਿਖਿਆ ਹੋਇਆ। ਪਰ ਹਉਮੈ ਕੱਟ ਕਿਵੇਂ ਹੋਵੇ? ਹਉਮੈ ਨਾਵਿਆਂ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਉੱਥੇ ਨਾਮ ਨਹੀਂ। ਇਹ ਹਉਮੈ ਹੰਕਾਰ ਐਸੀ ਬਿਰਤੀ ਹੈ, ਇਸ ਵਾਸਤੇ ਇਹਨੂੰ ਕੱਟਣ ਵਾਸਤੇ ਸ਼ਬਦ ਦੀ ਕਮਾਈ ਹੈ ਭਾਈ, ਗੁਰੂ ਦੀ ਕਿਰਪਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਾਂ ਕਰਤ ਬੰਧਨ ਮਹਿ ਪਰਿਆ, ਹਾਂ ਕਰਦਾ ਹੋਇਆ ਬੰਧਨ ਦੇ ਵਿੱਚ ਹੰਕਾਰ ਵਿੱਚ ਫਸ ਜਾਂਦਾ ਹੈ। ਨਹਿ ਮਿਲਿਆ ਇਹ ਜੁਗਤਾ, ਇਸ ਤਰ੍ਹਾਂ ਹੰਕਾਰ ਦੀਆਂ ਬਿਰਤੀਆਂ ਧਾਰਨੀਆਂ ਜਿਹੜੀਆਂ ਉਪਰੋਕਤ ਜੁਗਤੀਆਂ ਦਸੀਆਂ, ਕਹਿੰਦੇ ਲੋਕਾਂ ਨੂੰ ਖੁਸ਼ ਕਰ ਸਕਦੇ, ਆਪਣੇ ਮਨ ਦਾ ਰਾਂਝਾ ਰਾਜੀ ਕਰ ਲਾਂਗੇ, ਪਰ ਇਹਨਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋਗ ਸਿੱਧ ਆਸਣ 84, ਹੁਣ ਸੁਣ ਲਓ ਧਿਆਨ ਨਾਲ, ਯੋਗ ਦੇ ਜਿਹੜੇ 84 ਆਸਣ, 84 ਲੱਖ ਜੂਨ ਆ, 1 ਜੂਨ ਤੋਂ ਇੱਕ ਆਸਣ ਲੈ ਲਿਆ। ਊਠ ਕਿਵੇਂ ਬਹਿੰਦਾ, ਹਾਥੀ ਕਿਵੇਂ ਬਹਿੰਦਾ, ਘੋੜਾ ਕਿਵੇਂ ਬਹਿੰਦਾ, ਉਹ 84 ਆਸਣ ਬਣਾ ਲੈ। ਇਸ ਵਾਸਤੇ ਕਹਿੰਦੇ ਯੋਗ ਦੇ ਜਿਹੜੇ 84 ਆਸਣ ਆ ਨਾ, ਉਹ ਵੀ ਸਿੱਧ ਕਰ ਲੈਣਾ ਕਰੇ। ਇਹ ਵੀ ਕਰ ਰਹਿਆ, ਲੱਤਾਂ ਬਾਹਾਂ ਤਾਂ ਮਰੋੜ ਲਈਆਂ, ਮਨ ਨਹੀਂ ਮਰੋੜ ਹੁੰਦਾ, ਇਹਦਾ ਪੂਰੇ ਛੰਡੇ ਮਾਰਦਾ, ਕਿਉਂਕਿ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ। ਇਹ ਮਨ ਤਾਂ ਐਸਾ ਹੈ, ਇਹ ਕਾਬੂ ਕਿੱਥੇ ਆਉਂਦਾ? ਇਹ ਤਾਂ ਬਾਂਦਰ ਵਾਂਗੂ ਸਾਧ ਸੰਗਤ ਦੀ ਪਿੱਪਲ ਦੇ ਪੱਤੇ ਵਾਂਗੂ, ਔਰ ਮੰਦਰ ਦੀ ਝੰਡੀ ਵਾਂਗੂ, ਔਰ ਇਸੇ ਤਰ੍ਹਾਂ ਸੱਪ ਦੀ ਸਿਰੀ, ਕਛੂ ਦੀ ਸਿਰੀ ਵਾਂਗੂ, ਬਿਜਲੀ ਜਿਵੇਂ ਲਿਸ਼ਕੀ ਲਿਸ਼ਕੋਰ ਵਾਂਗੂ, ਇਸੇ ਤਰ੍ਹਾਂ ਸਾਧ ਸੰਗਤ ਜੀ ਪਾਰੇ ਵਾਂਗੂ, ਹਾਥੀ ਵਾਂਗੂ ਮਤਵਾਲਾ ਹੈ। ਇਸ ਤਰ੍ਹਾਂ ਦੇ ਇਹਦੇ ਲੱਛਣ ਦੱਸੇ ਆ। ਇਹ ਮਰਦਾ ਕਦੋਂ ਆ? ਇਹ ਮਰਦਾ ਹੈ ਗੁਰੂ ਕੀ ਬਖਸ਼ਿਸ਼ ਨਾ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਕਈ 4 ਦਿਨ ਝਾੜੂ ਫੇਰ ਲਿਆ, ਥੋੜੀ ਬਾਣੀ ਪੜ੍ਹ ਲਈ, ਥੋੜਾ ਜਿਹਾ ਮਨ ਟਿਕਾ ਹੋਇਆ, ਸਮਝਦੇ ਅਸੀਂ ਤਾਂ ਜੀ ਹੁਣ ਮਨ ਟਿਕ ਗਿਆ, ਬ੍ਰਹਮ ਗਿਆਨ ਹੋ ਗਿਆ। ਅਵੇਸਲੇ ਹੁੰਦੇ ਆ ਜਿਵੇਂ ਘਾਹ 'ਚ ਲੁਕਿਆ ਸੱਪ ਡੰਗ ਮਾਰਦਾ ਨਾ, ਬਸ ਬੇਡੰਗ ਮਾਰਦਾ ਕਿਸੇ ਨਾ ਕਿਸੇ ਪਾਸੋਂ। ਇਸ ਕਰਕੇ ਤਾਂ ਗੁਰੂ ਕੀ ਸੰਗਤ ਵਿੱਚ ਆ ਕੇ ਸ਼ਬਦ ਦੀ ਕਮਾਈ ਕਰਾਂਗੇ, ਸੇਵਾ ਸਿਮਰਨ, ਫਿਰ ਮਹਾਰਾਜ ਦੀ ਕਿਰਪਾ ਹੁੰਦੀ ਹੈ, ਫਿਰ ਜਾ ਕੇ ਸੋਝੀ ਆਉਂਦੀ ਹੈ। ਨਹੀਂ ਤਾਂ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਪੌੜੀ ਪੜ੍ਹ ਲੈਣੀ ਸਾਰੀ। ਵੱਡੀ ਆਰਜਾ ਫਿਰ ਜਨਮੈ, ਯੋਗਾ ਅਭਿਆਸ ਕਰਨਾ ਉਮਰ ਲੰਬੀ ਹੋ ਜਾਂਦੀ ਹੈ। ਜਦੋਂ ਮਹਾਰਾਜ ਮਾਲ ਵਿੱਚ ਗਏ, ਉੱਥੇ ਇੱਕ ਜੋਗੀ ਜੀ, ਉਹਦੀ ਉਮਰ 5260 ਸਾਲ। ਕਹਿਣ ਲੱਗਾ ਕਿ ਬੜਾ ਜਾਸ ਹੋ ਰਿਹਾ, ਗੁਰੂ ਗੋਬਿੰਦ ਸਿੰਘ ਜੀ ਆਏ ਹੈ। ਉਦੋਂ ਮਹਾਰਾਜ ਨੂੰ ਲੋਕ ਕਹਿਣ ਲੱਗ ਪਏ ਮਰੈਲਾ ਗੁਰੂ, ਮਹਾਰਾਜ ਦਾ ਨਾਂ ਹੀ ਰੱਖ ਲਿਆ ਮਰੈਲਾ ਗੁਰੂ। ਇਹ ਨਹੀਂ ਵੀ ਸਾਡੇ ਵਾਸਤੇ ਕਿੱਡੀ ਕੁਰਬਾਨੀ ਕੀਤੀ ਹੈ। ਕਹਿੰਦੇ ਮਰੈਲੇ ਗੁਰੂ ਦੀ ਉਮਰ ਕਿੰਨੀ ਕੁ ਹੈ? ਕਹਿੰਦੇ ਜੀ 40 ਤੋਂ ਉੱਤੇ ਆ, 42 ਤੋਂ ਥੱਲੇ ਆ। ਕਹਿੰਦੇ ਫੇਰ ਗੁਰੂ ਕਾਹਦਾ? ਹੁਣ ਚਲੀਸਾ ਕਿਹੜਾ ਕੱਢਿਆ ਹੋਣਾ, ਕਿਹੜੀ ਰਿੱਧੀ ਸਿੱਧੀ ਪੈਦਾ ਕੀਤੀ ਹੋਣੀ।
वो कहते जोगी जी एवं गल्लां क्यों करते, जाके दर्शन दा कर लो। आ गया इनू रिद्धियां सिद्धियां का अहंकार सी, महाराज ने उहदे मत्थे ते तीर लाता, उसकी सारी करामात खिच ली। कहते जोगिया जड़ा अमीर आदमी हुंदा उहदा दिहाड़ी दे कई ड्रैसां बदलदा, जड़ा गरीब कंगाल होवे ना उन्होंने तोपे ला के पाई जाता। कहते तू फलाने जन्म च आ हुंदा सी ते साडा नां इह सी, तू तो शरीर रूपी खलड़ा चोला पुराने चुकी फिरदा, असीं कई चोले बदल चुके हैं। गज के बोलो। जोगी कहता महाराज मैं तो आया सी कि कुछ मिलूगा, ते जिहड़ा मेरे को सी तुसीं ओह भी खिच लिया, मैनू बख्श लो, मैनू ना पता। फिर महाराज तो माफ़ी मंगी तो महाराज ने फिर ब्रह्म ज्ञान की अवस्था दी। इस तरह कालूनाथ सी 6वें पातशाह को आया, एक बच्चे के किरपा ही तो जारना होना, ये आ गया महाराज कहता मेरे ते किरपा करो। महाराज कहते कालूनाथ है जो तेरे हाथी लुटिया ना लोटा, ये बहुत सोहना, ये सानू दे दे। कहते महाराज का लोटा बहुत सोहना, कई सालों तो मैं कोल रखदा, ये नाल दे लुटीए होर बहुत चढ़े हुए डेरे च, वो सारे चुक लियो ना, बोरी च लियाओ ना पा के, जिहड़ा तुहानूं पसंद है रख लियो। महाराज कहते नहीं, लोटा यही चाहिए, जिहड़ा तैनूं प्यारा सानूं भी यही प्यारा। आखे महाराज ये तो बहुत प्यारा मेरा। महाराज कहते कालूनाथ सानूं कहना ब्रह्म ज्ञान दे दिओ, आप लोटा देण नूं तैयार नहीं। असीं तां कहंदे तैनूं कालू नूं कालूनाथ बनाया, तूं मुड़ के कालू दा कालू ही रह गया। इहदा नाम होमे है कि छोटी जी चीज़ नूं अपनी बना के बह जाना, यह त्याग नहीं। तो गुरसिख किहो जिहा त्यागी होया, किहो जिहा त्याग दस्सिया, पूजा प्राण सेवक जे सेवै इन बिद साहिब रब तरह। जिदन 5वें पातशाह तत्ती दे विशीषण गया, कोई रखी मेर 9 महीने कोई मेर रखी, आप हथी शहर मुल खरीद के बसाया सी, 52 जातियों के लोग बसाए सी। जदन 10वें पातशाह ने आनंदपुर का त्याग किया, कोई मेर रखी। जदन परिवार भाई मनी सिंह के परिवार के 58 शहीद होए, 58। सोच लो ठंडे दिमाग न, ਇਹੋ ਜਿਹਾ ਕੁਰਬਾਨੀ वाले गुरसिख किहदा दसां, ਇਹਦਾ पातशाह के घर च बेअंत ही है। सो इस वास्ते पातशाह दसदे है जोगियां वाले 84 आसन भी कर लो, 6 प्रकार के कर्म भी कर लो। हाँ जी, बड़ी आरजा फिर जन्म है, बड़ी आरजा कि मुड़ मुड़ के जूनिया में घूमता है, बार बार जमदा है मरदा है, जमदा है मरदा है, इस तरह तुरिया रहिंदा है। हर सियों संग ना गहिया, हरि परमात्मा दे मिलन का जिहड़ा संग सी, पूर्ण पुरखां दी संगत सी, उहनूं ग्रहण नहीं कीता है। अपने अहंकार विच रिहा मैं बहुत बड़ा जोगी हाँ। राज लीला राजन की रचना, जदों महाराज समेर पर्वत गए, तुहानूं पता गोरख ने लोटा दिता सी, पानी लैके आओ। महाराज नूं बाला दसदे सी, उन्होंने उम्रां लम्मियां सी ना, बालक, ये तो बालक है। तुसीं इत्थे आ किवें गए? कहंदे शब्द दे वल ना है, परमेश्वर की ओट ना है। कहंदे पानी लिया, उन्हीं भरमाउण लई की कीता, शक्ति नाल मोती हीरे खिलारते। महाराज खाली आ गए, कहंदे उत्थे पानी है नहीं। कहंदे की सी? कि तुहानूं पता ही है जो तुसीं कीता, कि साडा चेला बन जा। महाराज कहंदे सानू गुरु इहो जिहा मिल गया, हुण किसे दे चेला बनने की लोड़ ही नहीं रही। अपरंपर पार ब्रह्म परमेश्वर नानक गुर मिलिया सोई जियो, आद अंत एक है अवतारा, सोई गुरु समझियो हमारा। ये गुरु दस्या महाराज ने। शब्द जिती सिद्ध मंडली की तो अपना पंथ नाला ते जिले चल बटाले गया ते सिद्धा ने जी वो जड़ा रास्ते ने लोटा लुको लिया, कहन महाराज आए आ, ये तो साडी जमात है, इन्होंने लुकोया। उसदे नेरी आई, एक जोगी अपने आसन थले लपेट के बैठा, बड़ी बेइज्जती हुई। इन्हें कहा भी साड़ी तो भरे दवां च हत्थ बड़ी हुई।
कोई इल बन के उड़े, कोई सप बन के, कोई शेर बन के डरावे। मरदाना कहते महाराज आप आडा ला के बह गया, देख लो की करते। कहते घबरा ना, कर लेंदे जो करते। महाराज ने अपनी खड़ाम नूं कहा कि जा हुण इन्हां जरा मत दिया। वो खड़ाम जा के जोगियां दे टोटर जठाठा बजे ते सारे ला लै पे, सारे जोगी फेल करते। अज साडा यकीन नहीं रहा गुरु नानक दे मत ते गुरमत दे उत्ते, गुरमत ते साडा भरोसा नहीं रहा। इस वास्ते पातशाह दस रहे हैं राज लीला राजन की रचना, राजां दी लीला ते राजां दी रचना भी रचा लेना करे। गरिया हुक्म अफारा, अपार अमोड़ होके हुक्म करे। जिहड़ा नादर शाह होया ना, दिल्ली जिले कतलाम कीती है, लाल किले ते एक नंगी तलवार दे के बहाल दिता। 76 घंटे कतलाम होई गई। कहंदा जद तक हुक्म ना होवे उद तक कतलाम जारी रखो। हुक्म हो गया बस। एक सिपाही ने एक बीबी की एक मुरकी ला ली सी, नादर का एडा हुक्म दूजी नहीं ला सकिया। इन्नी उसकी दहशत सी, एडा फार हुक्म करता। पर होया कि उत्थे जिले गया अपने आराम च, ਇਹਦੇ ਘੋੜਿਆਂ ਦਾ ਜਿਹੜਾ ਤਵੇਲਾ ਸੀ, ਜਿਸ ਘੋੜੇ ਦੀ ਆਪ ਸਵਾਰੀ ਕਰਦਾ ਸੀ, ਇਹਦਾ ਪੁੱਤ ਸ਼ਹਿਜ਼ਾਦਾ ਉਹਨੂੰ ਸਵਾਰੀ ਲੈ ਗਿਆ। ਦਰੋਗੇ ਨੂੰ ਕਹਿੰਦਾ ਮੇਰਾ ਘੋੜਾ ਕਿੱਥੇ ਹੈ? ਇਹੀ ਹਉਮੈ ਆ। ਕਹਿੰਦਾ ਜੀ ਤੁਹਾਡਾ ਸਾਹਿਬਜ਼ਾਦਾ ਲੱਗਿਆ। ਕਹਿੰਦੇ ਕਿਹਦੀ ਆ ਗਿਆ, ਕਿਹਨੂੰ ਪੁੱਛੇ? ਕਹਿੰਦੇ ਦਿੱਲੀ ਮੇਰਾ ਹੁਕਮ ਐਵੇਂ ਚੱਲਿਆ, ਇੱਕ ਮੁਰਕੀ ਲਈ ਦੂਜੀ ਨਹੀਂ, ਤੇ ਮੇਰਾ ਪੁੱਤ ਹੋ ਕੇ ਮੇਰੀ ਇਜਾਜ਼ਤ में ना ਮੇਰਾ ਘੋੜਾ ਲੈ ਗਿਆ। ਉਹ ਜਿਲੇ ਆਇਆ ਤਲਵਾਰ ਕੱਢ ਕੇ ਪੁੱਤ ਨੂੰ ਲੱਗਾ ਮਾਰਨ, ਤੇ ਜਿਹੜੀ ਉਹ ਪਿਛਾੜੀ ਲਾਈ ਹੁੰਦੀ ਆ ਘੋੜਿਆਂ ਨੂੰ, ਉਹ ਕਿੱਲੇ 'ਚ ਸਾਹ ਵੱਜਾ ਤੇ ਮੂੰਹਦਾ ਡਿੱਪਿਆ। ਕਿੱਲਾ ਠੋਕ ਕੇ ਇਹਦੀ ਪਿੱਠ 'ਚੋਂ ਛਾਤੀ ਨਿਕਲਿਆ, ਉਹਨਾਂ ਇਹਦੀ ਮੌਤ ਹੋ ਗਈ। ਨਾਦਰ ਸ਼ਾਹ ਕੀ ਕਰਦੇ ਰਹੇ ਕਰਨ। ਜਿਹੜਾ ਅਹਿਮਦ ਸ਼ਾਹ ਅਬਦਾਲੀ ਬਰੂਦ ਲਾ ਕੇ ਦਰਬਾਰ ਸਾਹਿਬ ਆਇਆ, ਪਰੇ ਬੈਠਾ ਸੀ, ਇੱਕ ਕਿੰਗਰਾ ਉੜਿਆ, ਨਾਸਾਂ ਤੇ ਵੱਜਿਆ, ਕੈਂਸਰ ਹੋ ਗਿਆ, ਉਹਨਾਂ ਮਰਿਆ ਸੀ। ਇਹ ਹਾਲਤ ਹੁੰਦੀ। ਔਰ 152 ਦਿਨ ਬਾਅਦ ਸਜ਼ਾ ਮਿਲਦੀ ਰਹੀ। 53 ਨਹੀਂ ਹੁੰਦਾ ਜਿਨ ਵੀ ਕੀਤਾ। ਇਸ ਕਰਕੇ ਮਹਾਰਾਜ ਸੱਚੇ ਕਹਿੰਦੇ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਇਸ ਤਰ੍ਹਾਂ ਅਫਾਰਾ ਅਮੋੜ ਹੁਕਮ ਵੀ ਕਰ ਲੈ, ਇੰਨਾ ਫਾਰਾ ਪਿਆ ਹੋਵੇ ਵੀ ਮੇਰਾ ਹੁਕਮ ਹੀ ਨਾ ਕੋਈ ਮੋੜੇ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਸੇਜ ਸੋਹਣੀ ਚੰਦਨ ਚੋਆ, ਇਹ ਸੇਜਾਂ ਬਹੁਤ ਵਧੀਆ ਹੋਣ, ਡਾਨਲੋਪ ਦੇ ਗੱਡੇ ਵਿਛੇ ਹੋਣ, ਤੇ ਉੱਤੇ ਸਾਹ ਗਲੀਚੇ ਬਹੁਤ ਵਧੀਆ ਮਖਮਲੇ ਹੋਣ, ਕੋਮਲ, ਉਹਦੇ ਤੇ ਫੁੱਲ ਭੋਰ ਕੇ ਵਿਛਾਏ ਹੋਣ, ਅਤੇ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਜਿਹੜੀਆਂ ਚੋਆ, ਚੰਦਨ, ਕੇਸਰ ਤੇ ਚੰਦਨ ਰਗੜ ਕੇ ਗੁਲਾਬ ਵਰਗ ਚ ਘੋਲ ਕੇ ਉੱਤੇ ਛਿੜਕਾਅ ਕੀਤਾ ਹੋਵੇ। ਨਰਕ ਘੋਰ ਕਾ ਦੁਆਰਾ, ਇਹ ਜਿਹੜੀਆਂ ਸੇਜਾਂ ਵਿਸ਼ੇ ਵਿਕਾਰ ਭੋਗਦੇ ਘੋਰ ਨਰਕ ਦੀਆਂ, ਨਰਕ ਦੇ ਘੋਰ ਗਾੜੇ ਨਰਕ ਦੇ ਦੁਆਰ ਹਨ। ਹਰ ਕੀਰਤ ਸਾਧ ਸੰਗਤ ਹੈ। ਫਿਰ ਪਾਤਸ਼ਾਹ ਤੁਸੀਂ ਸਾਰੇ ਕਰਮ ਦੇਤੇ ਹੈ, ਫਿਰ ਛਿਟਕਾਰਾ ਕਿਵੇਂ ਹੋਵੇ? ਕਹਿੰਦੇ ਹਰ ਕੀਰਤ ਜਿਹੜੀ ਹਰੀ ਦੀ ਕੀਰਤੀ ਹੈ, ਔਰ ਮਹਾਤਮਾ ਬ੍ਰਹਮ ਗਿਆਨੀਆਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਹੈ। ਸਿਰ ਕਰ ਮਨ ਕਾ ਕਰਮਾ, ਇਹ ਸਾਰੇ ਕਰਮਾਂ ਨੂੰ ਸ਼੍ਰੋਮਣੀ ਸਰਤਾਜ ਕਰਨਾ। ਇੱਕ ਤਾਂ ਹਰੀ ਦੀ ਕੀਰਤੀ ਕਰਨੀ, ਜਸ ਕਰਨਾ, ਨਾਮ ਬਾਣੀ ਦਾ ਅਭਿਆਸ ਕਰਨਾ। ਇੱਕ ਜਿਹੜਾ ਪੂਰਨ ਪੁਰਖਾਂ ਬ੍ਰਹਮ ਬੇਤਿਆਂ ਗੁਰਮੁਖ ਜਨਾਂ ਦੀ, ਟੁੱਟੇ ਹੋਏ ਫਕੀਰਾਂ ਦੀ ਸੰਗਤ ਕਰਨੀ, ਜਿਨ੍ਹਾਂ ਦਾ ਆਪਣਾ ਮੋਹ ਮਮਤਾ ਟੁੱਟ ਗਈ ਹੋਵੇ। ਬਰਾਗਵਾਨ ਪੁਰਖਾਂ ਦੀ ਜਿਹੜੀ ਬੀਤ ਰਾਗ ਪੁਰਖਾਂ ਦੀ ਸੰਗਤ ਕਰਨੀ ਆ। ਬੀਤ ਰਾਗ ਵਿਸ਼ਾ ਵਾ ਚਿਤਮ, ਜਿਨ੍ਹਾਂ ਦੇ ਮਨ ਬੀਤ ਗਿਆ, ਖਤਮ ਹੋ ਗਿਆ, ਵਕਾਰ ਖਤਮ ਹੋ ਗਿਆ, ਵਕਾਰਾਂ ਤੇ ਕਾਬੂ ਪਾ ਲਿਆ। ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਦਾਰ ਗਦਾਰੇ, ਸੋ ਪੂਰਾ ਇਸ ਕਲੀ ਰੇ। ਐਸੇ ਪੁਰਸ਼ਾਂ ਦੀ ਜਿਹੜੀ ਸੰਗਤ ਕਰਨੀ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਪਾਤਸ਼ਾਹ ਕਹਿੰਦੇ ਇਹ ਜਿਹੜੀ ਮਹਾਤਮਾ ਦੀ ਸੰਗਤ, ਹਰੀ ਦੀ ਕੀਰਤੀ ਕਰਨੀ, ਇਹ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ। ਤਿਸ ਭਇਓ ਪ੍ਰਾਪਤ, ਪਾਤਸ਼ਾਹ ਕਹਿੰਦੇ ਇਹ ਜਿਹੜੀ ਮਹਾਤਮਾ ਦੀ ਸੰਗਤ, ਹਰੀ ਦੀ ਕੀਰਤੀ ਕਰਨੀ, ਇਹ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਜਿਸ ਪੁਰਬ ਲਿਖੇ ਕਾ ਲਹਿਣਾ, ਇਹਨਾਂ ਦੇ ਮੱਥੇ ਤੇ ਪੂਰਬਲਾ ਲੇਖ ਲਿਖਿਆ। ਪਿਛਲੇ ਵੀ ਚੰਗੇ ਕਰਮ ਹੋਣ, ਮਾਤਾ ਪਿਤਾ ਦੀ ਸੰਗਤ ਚੰਗੀ ਮਿਲ ਜਾਏ, ਟੀਚਰ ਚੰਗਾ ਮਿਲ ਜਾਏ, ਸਾਧੂ ਸੰਤ ਚੰਗਾ ਮਿਲ ਜਾਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਉਹ ਲੜ ਲਾ ਦਿੰਦੇ ਕਿ ਜੇ ਮਾਂ ਪੇ ਭਾਈ
गलत सोसाइटी बंदे है, बच्चों को किवें तोरनगे। जिन्हां टीचरां प्रोफैसरां प्रिंसीपल पढ़न जांदा जो सत्संगी ना हो वो फिर गाइडेंस सही नहीं दे सकणगे। विद्या पढ़ा के डिग्री बेशक दे देण पर बहुत सारिया गल्लां जिहड़ियां हैगियां समाजिक तौर पर वो भी सीखणियां पैंदियां। इस वास्ते इसे तरह की धार्मिक व्यक्ति है जो भी सही ना मिले तो कई बारी हुंदा फिर गुरु जिन्हां दे टप्पणे चेले जाण छड़प। कहंदे एक चेला हुंदा सी जोगी दा, उन्होंने जुआ खेलण की आदत पै गई। वो जोगी हो गया बीमार, वो उन्होंने कहता भी तू आके दवाई दे, मैं तेरे कन पाड़े मुंदरां पाइयां। वो कहता गुरु अपने नूं कहंदे तैं कन पाड़ के मुंदरां पाइयां, मैं गुरु जी तेरा ढिड पाड़ दिना। गज के बोलो कई बार चेले इहो जिहे मिल जांदे। एक गुरु हुंदा सी ना, ਉਹਦੇ दो चेले सी। जिले उन्हें लत्तां घुटनियां, लत्तां वंड लईयां, बाहां वंड लईयां। एक खब्बी लत्त घुटिया गए, दूआ सज्जी। उन्हें सज्जी नहीं घुटनी, उन्हें खब्बी नहीं। ये मेरे बैरी की लत्त है, उन्हें कहना मेरे बैरी की लत्त है। एक दिन एक चेला किते आया ना चल गया, वो गुरु कहन लगा आ भी लत्त घुट दे। कहता है मेरे बैरी की है। उन जी डंडा मार के लत्त भन दी। वो दूआ चेला आया तो पट्टा बनिया। कहते गुरु जी है की? कहते तेरे घर भाई ने कीता। कहते मेरी लत्त भन्नी है, उन दूई भांती। गुरु बेचारा डडोरचिया जिहा बना। अजकल गुरु चेलियां दा कई बारी इहो जिहा भी हो जांदा। फिर गुरु केड़ा चाहिदा? पूरा प्रभ आराध्या, पूरा जाका ना। सगल